ਲੱਗਦਾ ਸੀਗਾ ਕਿ ਅਸੀਂ ਇਨਕਮ ਟੈਕਸ ਪੇਈ ਆ, ਅਸੀਂ ਸਿਟੀਜ਼ਨ ਆ, ਸਾਨੂੰ ਰਿਸ਼ਵਤ ਕਿਉਂ ਦੇਣੀ ਪੈ ਰਹੀ ਆ ਜਾਂ ਸਾਨੂੰ ਬਾਰ-ਬਾਰ ਚੱਕਰ ਕਿਉਂ ਸਾਨੂੰ ਇਹ ਲਗਵਾਉਂਦੇ ਨੇ। ਮੈਡਮ ਤੁਸੀਂ ਬਾਹਰ ਬੈਠੋ, ਮੇਰੇ ਗੈਸਟ ਆਏ ਆ, ਤੇ ਮੈਨੂੰ ਬੜਾ ਉਹ ਫੀਲ ਹੋਇਆ। ਮੈਂ ਉਹਨੂੰ ਫਿਰ ਦੋ ਹੀ ਚੀਜ਼ਾਂ ਕਹੀਆਂ। ਮੈਂ ਕਿਹਾ ਮੇਰਾ ਹਸਬੈਂਡ 11-11 ਫੁੱਟ ਦੀ ਬਰਫ਼ 'ਚ ਬੈਠਾ ਨੌਕਰੀ ਕਰਦਾ ਇਸ ਦੇਸ਼ ਵਾਸਤੇ। ਮੈਂ ਕਿਹਾ ਮੈਂ ਨਹੀਂ ਬਾਹਰ ਉੱਠ ਕੇ ਜਾਊਂਗੀ, ਤੁਸੀਂ ਅੱਧੀ ਛੁੱਟੀ ਲੈ ਕੇ ਚਲੇ ਜਾਓ, ਆਪਣੇ ਗੈਸਟ ਨੂੰ ਘਰ ਅਟੈਂਡ ਕਰੋ। ਗਰਮੀਆਂ ਦੇ ਦਿਨ ਆ, ਮੈਂ ਕਿਹਾ ਮੈਂ ਸੁੱਤੀ ਉੱਠ ਕੇ ਆਈ ਹਾਂ 4-4:30 ਵਜੇ। ਮੈਂ ਕਿਹਾ ਤੁਸੀਂ ਤਾਂ ਸੁਣਾਤਾ, ਸਾਡੀ ਕੌਣ ਸੁਣੂ? ਸਾਡੀ ਸੁਣ ਕੇ ਜਾਓ ਤੁਸੀਂ। ਤੇ ਨਹੀਂ ਆਂਟੀ ਮੈਂ ਜਲਦੀ ਜਾਣਾ, ਤੇ ਮੈਂ ਕਿਹਾ ਅਸੀਂ ਵਿਹਲੇ ਸੀਗੇ। ਇਹ ਕਿਤਾਬ ਸਾਰੀ ਮਲਵਈਆਂ ਦੇ ਹੱਥਾਂ ਚੋਂ ਨਿਕਲੀ ਹੋਈ ਆ। ਉਹ ਕੁਛ ਹੋ ਰਿਹਾ, ਖੱਜਲ ਖੁਆਰੀ ਹੋ ਰਹੀ ਆ, ਵੀ ਉਹਦੇ ਜ਼ਿੰਮੇਵਾਰੀ ਕੌਣ ਲਊਗਾ? ਸੋਸਾਇਟੀ ਦਾ ਪੋਲੂਸ਼ਨ ਖਤਮ ਹੋ ਜਾਏ ਤੇ ਫਿਰ ਅਸੀਂ ਗੰਦੀ ਸਰਕਾਰ ਨਾ ਚੁਣੀਏ। ਮੈਂ ਜਿਹੜਾ ਇਹਨੂੰ ਇਹ ਸਮਝਦੀ ਹਾਂ ਕਿ ਜੇ ਤੁਸੀਂ ਹਰ ਇੱਕ ਚੀਜ਼ ਵਪਾਰੀ ਵਰਗ ਦੇ ਵਿੱਚ ਦੇ ਦਿੱਤੀ, ਜੋ ਕਿਸਾਨ ਆਗੂ ਵੀ ਕਹਿ ਰਹੇ ਨੇ, ਤੇ ਫਿਰ ਤੇ ਰੋਟੀ ਮੇਰਾ ਖਿਆਲ ਇੱਕ ਵੇਲੇ ਦੀ ਹੋ ਜਾਏਗੀ। ਉੱਥੇ ਵੀ ਵਾਸ਼ਿੰਗਟਨ ਦੇ ਵਿੱਚ ਹੋਈ ਸੀਗੀ ਸਟ੍ਰਾਈਕ, ਇੱਦਾਂ ਹੀ ਉਹਨਾਂ ਨੇ ਵੀ ਟਰੈਕਟਰ ਮਾਰਚ ਕੀਤੀ ਸੀਗੀ, ਤੇ ਉਹਨਾਂ ਨੇ 2 ਸਾਲ ਦੇ ਲਈ ਉਹਨੂੰ ਹੋਲਡ ਕੀਤਾ ਔਰ ਚੁੱਪਚਾਪ ਫਿਰ ਉੱਥੇ ਉਹਨਾਂ ਨੇ 2 ਸਾਲ ਦੇ ਬਾਅਦ ਉਹ ਲਾਗੂ ਹੋ ਗਿਆ ਕਿ ਲੜਕੀਆਂ ਦੇ ਪਰਿਵਾਰਾਂ ਦਾ, ਲੜਕੀ ਦੇ ਆਪਣੇ ਸਸੁਰਾਲ ਦੇ ਵਿੱਚ ਜਿਹੜਾ ਹੈ, ਉੱਥੇ ਲੜਕੀਆਂ ਦੇ ਪਰਿਵਾਰਾਂ ਦਾ ਇੰਟਰਫੀਅਰੈਂਸ ਜ਼ਿਆਦਾ ਆ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਹਿਤ ਦੇ ਸੰਗ। ਤੇ ਅੱਜ ਸਾਹਿਤ ਦੇ ਸੰਗ ਪ੍ਰੋਗਰਾਮ ਦੇ ਵਿੱਚ ਜਿਸ ਸ਼ਖਸੀਅਤ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਣੀ ਹੈ, ਉਹਨਾਂ ਦੇ ਜੇਕਰ ਲਿਖਣੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਲਗਾਤਾਰ ਲਿਖਣਾ ਉਹਨਾਂ ਨੇ 2007 ਤੋਂ ਸ਼ੁਰੂ ਕੀਤਾ, ਪਰ ਇਸ ਤੋਂ ਬਿਨਾਂ ਕਹਿ ਦਈਏ ਲੇਖਕ ਜਿਹਨਾਂ ਨੇ ਲਿਖਣਾ ਹੁੰਦਾ ਉਹ ਮੁੱਢ ਤੋਂ ਹੀ ਹੁੰਦਾ, ਬਸ ਲੋੜ ਹੁੰਦੀ ਹੈ ਕਿਸੇ ਦੀ ਗੁੜਤੀ ਦੀ ਤੇ ਕਿਸੇ ਦੇ ਹੱਲਾਸ਼ੇਰੀ ਦੇਣ ਦੀ। ਸੋ ਜ਼ਿਆਦਾਤਰ ਜੇਕਰ ਲੇਖਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਮਾਜਿਕ ਵਿਸ਼ਿਆਂ ਨੂੰ ਆਪਣੀ ਲੇਖਣੀ ਦੇ ਵਿੱਚ ਚੁਣਿਆ। ਅਖਬਾਰਾਂ ਦੇ ਵਿੱਚ ਲੇਖ ਲਿਖਣ ਦਾ, ਆਰਟੀਕਲ ਲਿਖਣ ਤੋਂ ਸਬੱਬ ਬਣਿਆ, ਸ਼ੁਰੂ ਹੁੰਦਾ ਪਤਾ ਹੀ ਨਹੀਂ ਲੱਗਿਆ ਕਦੋਂ 4 ਕਿਤਾਬਾਂ ਲਿਖ ਦਿੱਤੀਆਂ। ਅਤੇ ਇਹਨਾਂ ਕਿਤਾਬਾਂ ਦੇ ਜੋ ਵਿਸ਼ੇ ਰਹੇ ਨੇ ਉਹ ਖਾਸ ਤੌਰ ਉੱਤੇ ਜੋ ਹਰ ਇਨਸਾਨ ਦੇ ਨਾਲ, ਜੋ ਆਪਾਂ ਸਮਾਜ ਦੇ ਵਿੱਚ ਵਿਚਰਦੇ ਹਾਂ, ਉਹਨਾਂ ਦੇ ਨਾਲ ਇਹਨਾਂ ਦਾ ਵਾਹ ਵਾਸਤਾ ਪੈਂਦਾ ਰਹਿੰਦਾ। ਭਾਵੇਂ ਉਹ ਸਮੱਸਿਆਵਾਂ ਨਿੱਜੀ ਹੋਣ, ਭਾਵੇਂ ਉਹ ਸਮਾਜ ਵਿੱਚ ਵਿਚਰ ਰਹੀਆਂ ਹੋਣ, ਭਾਵੇਂ ਕਹਿ ਦਈਏ ਕਿਸੇ ਸਰਕਾਰੀ ਦਰਬਾਰੇ ਦੀਆਂ ਹੋਣ, ਤਾਂ ਹਰ ਵਿਸ਼ੇ ਨੂੰ ਜੋ ਲੋਕਾਂ ਨਾਲ ਜੁੜਿਆ ਹੋਇਆ, ਜੋ ਆਮ ਲੋਕਾਂ ਨੂੰ ਜਿਨ੍ਹਾਂ ਦੀ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਸੀ, ਉਹਨਾਂ ਦੇ ਬਾਰੇ ਲਿਖਿਆ। ਸੋ ਮੈਂ ਗੱਲਬਾਤ ਕਰ ਰਿਹਾ ਜੀ ਪ੍ਰਭਜੋਤ ਕੌਰ ਢਿੱਲੋਂ ਜੀ ਉਹਨਾਂ ਦੀ। ਸੋ ਸਵਾਗਤ ਕਰ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ, ਅਤੇ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੀਆਂ ਕਿਤਾਬਾਂ ਦੇ ਬਾਰੇ ਅਤੇ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਦੇ ਬਾਰੇ। ਮੈਮ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਸਾਹਿਤ ਦੇ ਸੰਗ ਵਿੱਚ ਜੀ। ਥੈਂਕ ਯੂ ਜੀ। ਅਤੇ ਜਿਵੇਂ ਤੁਹਾਡੀਆਂ ਕਿਤਾਬਾਂ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਸੀ ਕਿ 2005 ਦੇ ਕਰੀਬ ਤੁਸੀਂ ਜਿਹੜਾ ਅਖਬਾਰਾਂ ਦੇ ਵਿੱਚ ਲਿਖਣਾ ਸ਼ੁਰੂ ਕੀਤਾ। ਬਿਲਕੁਲ ਜੀ। ਇਹ ਗੱਲ ਹੁੰਦੀ ਵੀ ਭਾਵੇਂ ਲਿਖਣਾ ਲਗਾਤਾਰ ਬੰਦਾ ਲੇਟ ਸ਼ੁਰੂ ਕਰਦਾ, ਪਰ ਕਿਤੇ ਨਾ ਕਿਤੇ ਜਿਹੜੀ ਕਲਮ ਬਾਰੇ ਲਿਖਣ ਦੀ ਚੇਸ਼ਟਾ ਹੁੰਦੀ ਹੈ ਵੀ ਹਾਂ ਆਪਾਂ ਲਿਖੀਏ ਕੁਝ, ਸ਼ੁਰੂ ਤੋਂ ਹੀ ਹੁੰਦਾ। ਮੌਕਾ ਕਈ ਵਾਰ ਆਪਾਂ ਨੂੰ ਲੇਟ ਮਿਲਦਾ। ਅਤੇ ਤੁਸੀਂ ਜਿਹੜੀਆਂ ਕਿਤਾਬਾਂ ਆਪਾਂ ਜ਼ਿਕਰ ਕਰ ਰਹੇ ਸੀ ਲਿਖੀਆਂ ਨੇ, ਉਹ ਸਾਰੀਆਂ ਸਮਾਜਿਕ ਵਿਸ਼ਿਆਂ ਦੇ ਉੱਤੇ ਨੇ, ਜੋ ਆਮ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਆਉਂਦੀਆਂ ਉਹਦੇ ਬਾਰੇ ਲਿਖੀਆਂ ਨੇ। ਤਾਂ ਇਹ ਜਦੋਂ ਤੁਸੀਂ ਸ਼ੁਰੂਆਤ ਕੀਤੀ ਹੈ, ਫਿਰ ਕਾਲਜ ਲਾਈਫ ਬਾਰੇ ਅਤੇ ਉਸ ਤੋਂ ਬਾਅਦ ਕਲਮ ਦੇ ਸਫ਼ਰ ਦੀ ਸ਼ੁਰੂਆਤ ਦੇ ਦਰਮਿਆਨ ਕੀ ਕੁਝ ਕਿਵੇਂ ਦਾ ਮਾਹੌਲ ਸੀ, ਉਹਦੇ ਬਾਰੇ ਸਾਨੂੰ ਦੱਸੋ। ਬਿਲਕੁਲ, ਮੈਂ ਕਾਲਜ ਟਾਈਮ ਦੇ ਵਿੱਚ ਕਾਲਜ ਮੈਗਜ਼ੀਨ ਦੇ ਵਿੱਚ ਵੀ ਲਿਖਿਆ ਜੀ। ਪਰ ਜਿਵੇਂ ਹੀ ਮੈਂ MA ਕੀਤੀ ਉਸ ਤੋਂ ਬਾਅਦ ਮੇਰੀ ਮੈਰਿਜ ਜਿਹੜੀ ਆ ਉਹ ਏਅਰਫੋਰਸ ਆਫਸਰ ਦੇ ਨਾਲ ਹੋ ਗਈ, ਔਰ ਪੰਜਾਬ ਤੋਂ ਬਾਹਰ ਹੀ ਮੈਂ ਜ਼ਿਆਦਾਤਰ ਰਹੀ ਹੈਗੀ ਹਾਂ, ਜਿੱਥੇ ਪੰਜਾਬੀ ਪੇਪਰ ਜਿਹੜੇ ਸੀ ਉਸ ਟਾਈਮ 'ਤੇ ਨਹੀਂ ਸੀ ਪਹੁੰਚਦੇ ਜੀ। ਅਤੇ ਮੇਰਾ ਜਿਹੜਾ ਲਿੰਕ ਸੀਗਾ ਪੰਜਾਬ ਦੇ ਨਾਲ ਉਹ ਇਹ ਹੁੰਦਾ ਸੀਗਾ ਕਿ 2 ਸਾਲ ਦੇ ਵਿੱਚ 2 ਮਹੀਨੇ ਅਸੀਂ ਜਿਹੜੀ ਛੁੱਟੀ ਆਉਂਦੇ ਸੀਗੇ ਉਹ ਹੀ ਸੀਗਾ। 2005 ਦੇ ਵਿੱਚ ਜਿਹੜਾ ਸੀਗਾ ਮੇਰਾ ਬੇਟਾ, ਇਹਨੇ ਇੰਜੀਨੀਅਰਿੰਗ ਦਾ ਲਾਸਟ ਈਅਰ ਸੀਗਾ ਔਰ ਇਹਨੇ MBA ਦੀ ਕੋਚਿੰਗ ਲੈਣੀ ਸੀ, ਅਤੇ ਮੈਂ ਇਕੱਲੀ ਰਹਿ ਰਹੀ ਸੀ ਆਪਣੇ ਬੇਟੇ ਦੇ ਨਾਲ। ਮੋਹਾਲੀ ਅਸੀਂ ਆ ਕੇ ਰਹਿਣਾ ਸ਼ੁਰੂ ਕੀਤਾ। ਉਦੋਂ ਮੈਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਿਖਣਾ ਦੁਬਾਰਾ ਸ਼ੁਰੂ ਕੀਤਾ, ਅਤੇ ਉਹ ਜਿਹੜਾ ਸਫ਼ਰ ਸ਼ੁਰੂ ਹੋਇਆ 2005 ਤੋਂ, ਉਹ ਅੱਜ ਤਾਈਂ ਲਗਾਤਾਰ ਨਿਰੰਤਰ ਨਹੀਂ ਲਿਖਣਾ ਜੋ ਤੁਸੀਂ ਸ਼ੁਰੂ ਕੀਤਾ
ਇੱਕ ਹੁੰਦਾ ਨਾ ਹਰੇਕ, ਜਿਵੇਂ ਆਪਾਂ ਅਸੀਂ ਗੱਲਬਾਤ ਕਰਦੇ ਹਾਂ, ਕਦੀ ਲੇਖਕਾਂ ਨਾਲ ਕੋਈ ਕਹਾਣੀਕਾਰ ਹੈ, ਕੋਈ ਨਾਵਲਕਾਰ ਹੈ, ਕਿਸੇ ਨੇ ਕੋਈ ਗਜ਼ਲ ਲਿਖੀ ਹੈ, ਕੋਈ ਕਵਿਤਾ ਲਿਖਦਾ। ਬਿਲਕੁਲ। ਤੁਸੀਂ ਜ਼ਿਆਦਾਤਰ ਆਰਟੀਕਲ ਲੇਖ ਲਿਖੇ ਨੇ ਤੇ ਉਹਨਾਂ ਨੂੰ ਕਿਤਾਬਾਂ ਤੋਂ ਰੂਪ ਵੀ ਦਿੱਤਾ। ਬਿਲਕੁਲ। ਤੇ ਫਿਰ ਕੀ ਕੋਈ ਆਪ ਦੇ ਨਾਲ ਕੁਝ ਵਾਪਰਿਆ ਹੈ ਨਾ? ਜਿਵੇਂ ਕਹਾਣੀਕਾਰ ਲਿਖਦਾ ਹੁੰਦਾ ਨਾ, ਕੋਈ ਘਟਨਾ ਉਹਦੇ ਨਾਲ ਵਾਪਰਦੀ ਆ ਤਾਂ ਆਪਣੇ ਇਮੈਜੀਨੇਸ਼ਨ ਕਰਦਾ, ਵੇਦਨਾ ਸੰਵੇਦਨਾ ਨੂੰ ਲਿਖਦਾ। ਤੇ ਜਿਹੜੇ ਤੁਸੀਂ ਲਿਖਣਾ ਸ਼ੁਰੂ ਕੀਤਾ ਹੋਇਆ ਵੀ ਸਮਾਜ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ, ਉਹਦੇ ਖਿਲਾਫ ਮਾੜੀ ਜਿਹੀ ਭੜਾਸ ਕੱਢੀਏ ਵੀ ਲਿਖ ਕੇ। ਬਿਲਕੁਲ। ਇਹ ਜਿਹੜੇ ਸਭ ਤੋਂ ਪਹਿਲਾਂ ਜਿਹੜਾ ਸੀਗਾ, ਮੈਂ ਉਹ ਸਿਸਟਮ ਦੇ ਖਿਲਾਫ ਜਿਹੜੇ ਆਰਟੀਕਲਸ ਸੀਗੇ ਉਹ ਬਹੁਤ ਲਿਖੇ ਨੇ, ਔਰ ਜਿਹੜੇ ਲੈਟਰ ਟੂ ਐਡੀਟਰ ਮੈਂ ਬਹੁਤ ਲਿਖੀਆਂ ਨੇ। ਕਿਉਂਕਿ ਜਿੰਨਾ ਵੀ ਆਰਟੀਕਲ ਆਉਂਦੇ ਸੀਗੇ, ਮੈਂ ਕਈ ਵਾਰੀ ਮੈਨੂੰ ਇਹ ਲੱਗਦਾ ਸੀ ਕਿ ਸਰਕਾਰ ਦੇ ਫੇਵਰ ਦੇ ਵਿੱਚ ਲਿਖਦੇ ਤੇ ਮੈਂ ਉਹਨਾਂ ਨੂੰ ਕੰਡੈਮ ਕਰਦੀ ਸੀ ਕਿ ਨਹੀਂ, ਕਿਉਂਕਿ ਅਸੀਂ ਨੈਚੁਰਲ ਜਿਹੜਾ ਮੇਰਾ ਲਾਈਫ ਸਟਾਈਲ ਸੀਗਾ ਜਾਂ ਜੋ ਮੈਂ ਸਿੱਖਿਆ ਕਾਲਜ ਲਾਈਫ ਦੇ ਵਿੱਚ, ਤੇ ਸਟੂਡੈਂਟ ਹੁੰਨੇ ਕੋ ਤੁਸੀਂ ਉਹੋ ਜਿਹੀਆਂ ਚੀਜ਼ਾਂ ਨਹੀਂ ਸਿੱਖਦੇ ਹੈਗੇ। ਤੇ ਜਦੋਂ ਮੈਂ 에ਅਰਫੋਰਸ 'ਚ ਗਈ, ਇੱਕ ਬੜਾ ਨੀਟ ਐਂਡ ਕਲੀਨ ਜੀ ਲਾਈਫ ਅਸੀਂ ਬਿਤਾਈ। ਸਾਨੂੰ ਵੀ ਲੱਗਦਾ ਸੀ ਇੱਕ ਸਿਸਟਮ ਦੇ ਵਿੱਚ ਸਭ ਕੁਝ ਚੱਲ ਰਿਹਾ, ਟਾਈਮ ਦੀ ਸਾਰਿਆਂ ਨੂੰ ਬਾਉਂਡਿੰਗ ਹੁੰਦੀ ਸੀ ਕਿ ਟਾਈਮ ਦੇ ਉੱਤੇ ਜਾਣਾ, ਟਾਈਮ ਦੇ ਉੱਤੇ ਆਉਣਾ। ਅਸੀਂ ਇੱਥੇ ਜਦੋਂ ਮਤਲਬ ਮੈਂ ਆਪਣੇ ਬੇਟੇ ਦੇ ਨਾਲ ਰਹਿਣਾ ਸ਼ੁਰੂ ਕੀਤਾ, ਅਸੀਂ ਕਿਸੇ ਵੀ ਦਫ਼ਤਰ ਦੇ ਵਿੱਚ ਜਾਂਦੇ ਸੀ, ਆਫਿਸਰ ਨਹੀਂ, ਕਲਰਕ ਨੇ ਅੱਗੇ ਫਾਈਲ ਨਹੀਂ ਤੋਰਨੀ, ਕਿਉਂ ਨਹੀਂ ਤੋਰੀ ਦੱਸਦੇ ਨਹੀਂ ਸੀ। ਮਤਲਬ ਉਹ ਚੀਜ਼ਾਂ ਜਿਹੜੀਆਂ ਸੀ, ਮੈਨੂੰ ਇਹ ਲੱਗਦਾ ਸੀਗਾ ਕਿ ਅਸੀਂ ਇਨਕਮ ਟੈਕਸ ਪੇਈ ਹਾਂ, ਅਸੀਂ ਸਿਟੀਜ਼ਨ ਹਾਂ, ਸਾਨੂੰ ਰਿਸ਼ਵਤ ਕਿਉਂ ਦੇਣੀ ਪੈ ਰਹੀ ਆ, ਜਾਂ ਸਾਨੂੰ ਬਾਰ-ਬਾਰ ਚੱਕਰ ਕਿਉਂ ਸਾਨੂੰ ਇਹ ਲਗਵਾਉਂਦੇ ਨੇ ਜੀ, ਜਾਂ ਅਸੀਂ ਬਾਰ-ਬਾਰ ਇਹਨਾਂ ਦੀਆਂ ਮਿੰਨਤਾਂ ਕਿਉਂ ਕਰਦੇ ਆ ਜੀ। ਉਹ ਜਿਹੜੀਆਂ ਚੀਜ਼ਾਂ ਸੀ ਉਹ ਕਿਤੇ ਨਾ ਕਿਤੇ ਮੈਨੂੰ ਇੰਨਾ ਜ਼ਿਆਦਾ ਉਹ ਪਰੇਸ਼ਾਨ ਕਰਦੀਆਂ ਸੀਗੀਆਂ, ਔਰ ਮੈਨੂੰ ਕਿਤੇ ਨਾ ਕਿਤੇ ਮੈਨੂੰ ਇਨਸਲਟ ਵੀ ਫੀਲ ਹੁੰਦੀ ਸੀਗੀ ਕਿ ਦਫ਼ਤਰ ਦੇ ਵਿੱਚ ਜਾਓ ਤੁਸੀਂ, ਔਰ ਅਗਲਾ ਅੰਦਰ ਬੈਠਾ ਆ, ਕਿਸੇ ਦੇ ਆਫਿਸਰ ਦੇ ਗੈਸਟ ਆ ਗਏ ਜਾਂ ਕੋਈ ਆ ਗਿਆ, ਤੁਹਾਨੂੰ ਬਿਠਾਇਆ ਹੋਇਆ, ਕਈ ਵਾਰ ਤੱਕ ਚਾਹ ਹੀ ਨਹੀਂ ਮੁੱਕਦੀ ਹੈਗੀ। ਔਰ ਮੇਰੀ ਬਹੁਤ ਵਾਰੀ ਇਸ ਦੇ ਉੱਤੇ ਹੋਈ ਸੀਗੀ। ਮੇਰੀ ਜਦੋਂ ਮੈਂ ਸ਼ੁਰੂ ਕੀਤਾ ਲਿਖਣਾ, ਜਲੰਧਰ ਵੀ ਮੇਰੀ ਆਫਿਸ ਦੇ ਵਿੱਚ ਹੋਈ ਸੀ। ਮੈਨੂੰ, ਮੈਡਮ ਤੁਸੀਂ ਬਾਹਰ ਬੈਠੋ, ਮੇਰੇ ਗੈਸਟ ਆਏ ਆ। ਤੇ ਮੈਨੂੰ ਬੜਾ ਉਹ ਫੀਲ ਹੋਇਆ। ਮੈਂ ਉਹਨੂੰ ਫਿਰ ਦੋ ਹੀ ਚੀਜ਼ਾਂ ਕਹੀਆਂ। ਮੈਂ ਕਿਹਾ ਮੇਰਾ ਹਸਬੈਂਡ 11-11 ਫੁੱਟ ਦੀ ਬਰਫ਼ 'ਚ ਬੈਠਾ ਨੌਕਰੀ ਕਰਦਾ ਇਸ ਦੇਸ਼ ਵਾਸਤੇ। ਮੈਂ ਕਿਹਾ ਮੈਂ ਨਹੀਂ ਬਾਹਰ ਉੱਠ ਕੇ ਜਾਊਂਗੀ, ਤੁਸੀਂ ਅੱਧੀ ਛੁੱਟੀ ਲੈ ਕੇ ਚਲੇ ਜਾਓ, ਆਪਣੇ ਗੈਸਟ ਨੂੰ ਘਰ ਅਟੈਂਡ ਕਰੋ। ਜੇ ਮੈਂ ਬਾਹਰ ਬੈਠਣਾ ਹੈਗਾ, ਮੈਨੂੰ ਵੇਟਿੰਗ ਰੂਮ ਦੇ ਵਿੱਚ ਪ੍ਰੋਪਰ ਬਿਠਾਓ, ਕਿਉਂਕਿ ਗਰਮੀਆਂ ਦੇ ਦਿਨ ਸੀਗੇ। ਮੈਂ ਕਿਹਾ ਮੈਂ ਕਲਾਸ 4 ਦੇ ਨਾਲ ਬਾਹਰ ਨਾ ਖੜੀ ਹੋਊਂਗੀ, ਨਾ ਮੈਂ ਕੁਰਸੀ ਦੇ ਉੱਤੇ ਬੈਠੂੰਗੀ। ਦੈਨ ਉਹਨੇ ਅਟੈਂਡ ਤੇ ਮੈਨੂੰ ਕਰ ਲਿਆ, ਪਰ ਉਹਨੇ ਮੈਨੂੰ ਤੰਗ ਬਹੁਤ ਕੀਤਾ। ਪਰ ਮਤਲਬ ਮੈਂ ਉਹ ਚੀਜ਼ਾਂ ਜਿਹੜੀਆਂ ਆ, ਉਹ ਗੱਲ ਇਹ ਵੀ ਤੁਹਾਡੇ ਤੁਸੀਂ ਜਿਸ ਮਾਹੌਲ 'ਚ ਰਹੇ ਹੋ ਨਾ, ਡਿਸਿਪਲਿਨ, ਕਿਉਂਕਿ ਆਰਮੀ ਦਾ ਜਿਹੜਾ ਡਿਸਿਪਲਿਨ ਬਿਲਕੁਲ ਉਹ ਤਾਂ ਚਲੋ ਮੰਨਿਆ ਹੈ, ਤੇ ਪਰ ਉਹ ਤੋਂ ਬਿਨਾਂ ਜਿਹੜੇ ਕਹਿੰਦੀ ਸਿਵਿਲੀਅਨ ਨੇ ਸ਼ਾਇਦ ਕਹਿੰਦੀ ਆਰਮੀ ਦੇ ਲਈ ਆਪਾਂ ਲੋਕ ਜਿਹੜੇ ਆਮ ਲਾਈਫ ਹੈ ਉਹਨੂੰ ਸਿਵਿਲੀਅਨ ਕਹਿੰਦੇ ਨੇ, ਪਰ ਅਸਲ 'ਚ ਪੂਰੀ ਤਰ੍ਹਾਂ ਸਿਵਲ ਨਹੀਂ ਹੈਗੇ, ਹੈ ਨਾ। ਬਿਲਕੁਲ ਸਿਵਲਾਈਜ਼ਡ ਨਹੀਂ ਹੈਗੀ ਸੋਸਾਇਟੀ ਹੈਗੀ। ਤਾਂ ਜਦੋਂ ਉਹ 'ਚ ਆਪਾਂ ਵਿਚਰਦੇ ਤਾਂ ਆਪਾਂ ਨੂੰ ਬੜੀ ਉਹ ਹੁੰਦੀ ਆ, ਪਰ ਅਸਲ ਦੇ ਵਿੱਚ ਦੇਖੋ ਉਹ ਲੋਕ ਵੀ ਨੇ ਜਿਹਨਾਂ ਨਾਲ ਰੋਜ਼ ਵਾਸਤਾ ਪੈਂਦਾ। ਤੁਹਾਨੂੰ 1-2 ਵਾਰ ਕੰਮ ਲਈ ਮੌਕਾ ਮਿਲਿਆ ਹੋਊਗਾ, ਪਰ ਉੱਥੇ ਕਿੰਨੇ ਹੀ ਲੋਕ ਆਉਂਦੇ ਨੇ, ਫਿਰ ਉਹਨਾਂ ਦੀਆਂ ਤਕਲੀਫਾਂ ਕਿੰਨੀਆਂ ਹੁੰਦੀਆਂ ਨੇ। ਮੈਂ ਬਹੁਤ ਇਸ ਚੀਜ਼ ਦੇ ਉੱਤੇ ਤੁਸੀਂ ਮਤਲਬ ਮੈਨੂੰ ਉਹ ਤਕਲੀਫ ਬਹੁਤ ਹੁੰਦੀ ਸੀਗੀ। ਮੇਰਾ ਕਈ ਵਾਰੀ ਲੋਕਾਂ ਨਾਲ ਵੀ ਇਹ ਗੱਲ ਹੁੰਦੀ ਸੀ ਕਿ ਜਦੋਂ ਤੁਸੀਂ ਵੋਟ ਪਾਉਂਦੇ ਆ ਜਾਂ ਤੁਸੀਂ ਸਿਲੈਕਟ ਕਰਦੇ, ਆਪਾਂ ਸਰਕਾਰਾਂ ਵੀ ਅਸੀਂ ਕਿਉਂ ਬੇਵਕੂਫੀ ਇੰਨੀ ਕਰਦੇ ਆ ਵੀ ਜੇ ਸਰਕਾਰ ਚੰਗੀ ਹੋਵੇ ਤੇ ਪ੍ਰਸ਼ਾਸਨ ਚੰਗਾ ਹੋਊਗਾ। ਸਰਕਾਰ ਤਾਂ ਚੰਗੀ ਹੋਏਗੀ ਜੇ ਅਸੀਂ ਚੰਗੇ ਹੋਵਾਂਗੇ, ਅਸੀਂ ਚੰਗਾ ਉਮੀਦਵਾਰ ਚੁਣਾਂਗੇ ਤੇ ਸਰਕਾਰ ਚੰਗੀ ਬਣੂਗੀ ਨਾ। ਮੇਰੀ ਇੱਦਾਂ ਹੀ ਖਰੜ ਸੀਗੇ ਅਸੀਂ, ਤੇ ਉੱਥੇ ਮੇਰੀ ਗੱਲ ਹੋਈ। ਸਾਰੇ ਪੜ੍ਹੀ ਲਿਖੀ ਤਬਕਾ ਬੈਠਾ ਸੀਗਾ, ਐਕਸੀਅਨ ਸੀਗੇ, ਸਾਰੇ ਸੀਗੇ। ਤੇ ਮੈਂ ਉਹ ਬੋਲਦੇ ਰਹੇ ਜਿਹੜਾ ਵੋਟ ਲੈਣ ਆਏ ਸੀਗੇ ਕਿ ਇਹ ਹੈ ਕੀਤਾ, ਅਸੀਂ ਆਹ ਕੀਤਾ। ਮੈਂ ਪੈਨ ਫੜ ਕੇ ਲਿਖਣਾ ਸ਼ੁਰੂ ਕੀਤਾ। ਉਹਨੇ ਨੋਟ ਕਰ ਲਿਆ ਵੀ ਇਹ ਲਿਖਣਾ ਇਹਨੇ ਸ਼ੁਰੂ ਕਰ ਦਿੱਤਾ। ਤੇ ਬੋਲਣ ਤੋਂ ਬਾਅਦ ਕਹਿੰਦਾ ਜੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਬੱਚੇ ਅਸੀਂ ਉੱਠ ਕੇ ਆਏ ਆ ਸੁੱਤੇ, ਗਰਮੀਆਂ ਦੇ ਦਿਨ ਆ। ਮੈਂ ਕਿਹਾ ਮੈਂ ਸੁੱਤੀ ਉੱਠ ਕੇ ਆਈ ਆ 4-4:30 ਵਜੇ। ਮੈਂ ਕਿਹਾ ਤੁਸੀਂ ਤਾਂ ਸੁਣਾਤਾ, ਸਾਡੀ ਕੌਣ ਸੁਣੂ, ਸਾਡੀ ਸੁਣ ਕੇ ਜਾਓ ਤੁਸੀਂ। ਤੇ ਨਹੀਂ ਆਂਟੀ ਮੈਂ ਜਲਦੀ ਜਾਣਾ। ਤੇ ਮੈਂ ਕਿਹਾ ਅਸੀਂ ਵਿਹਲੇ ਸੀਗੇ। ਮੈਂ ਕਿਹਾ ਚਾਹੇ ਮੈਂ ਸੁੱਤੀ ਸੀਗੀ, ਮੈਂ ਸੌਂ ਕੇ ਉੱਠ ਕੇ ਕੋਈ ਕੰਮ ਕਰਨਾ ਸੀਗਾ ਤੇ ਮੈਂ ਟਾਈਮ ਦਿੱਤਾ ਇੱਥੇ। ਮੈਂ ਉਹਦੇ ਨਾਲ 2-4 ਗੱਲਾਂ ਜਿਹੜੀਆਂ ਸੀ ਉਹ ਕੀਤੀਆਂ। ਤੇ ਮੈਂ ਕਿਹਾ ਵੀ ਅਸੀਂ ਕਿਉਂ ਅਸੀਂ ਰਿਸ਼ਵਤ ਦਈਏ, ਅਸੀਂ ਟੈਕਸ ਪੇ ਕਰਦੇ ਹਾਂ, ਅਸੀਂ ਕਿੰਨੀ ਵਾਰੀ ਆਪਣੀ ਜੇਬ ਕਟਾਈਏ। ਨੰਬਰ 2 ਸਾਡੀ ਬੇਇੱਜ਼ਤੀ ਹੁੰਦੀ ਆ ਤੁਹਾਡੇ ਦਫ਼ਤਰਾਂ ਦੇ ਵਿੱਚ।
ਤੇ ਉਹ ਕਹਿੰਦਾ ਨਹੀਂ ਜੀ ਤੁਹਾਡਾ ਨਿੱਜੀ ਕੋਈ ਪ੍ਰੋਬਲਮ। ਮੈਂ ਕਿਹਾ ਨਿੱਜੀ ਤਾਂ ਮੇਰੇ ਇੰਨੇ ਲੈਵਲ ਤੇ ਹੈ, ਮੇਰਾ ਹਸਬੰਡ ਕਰਨਲ ਰਿਟਾਇਰਡ ਨੇ, ਮੈਂ ਕਿਹਾ ਸਾਨੂੰ ਤਾਂ ਫੇਰ ਕੋਈ ਸੁਣ ਲੂਗਾ, ਤੁਸੀਂ ਇੱਕ ਆਮ ਬੰਦੇ ਦੀ ਪ੍ਰੋਬਲਮ ਕਦੀ ਸੁਣੀ ਆ, ਕਦੀ ਦੇਖੀ ਆ, ਕਦੀ ਮਹਿਸੂਸ ਕੀਤੀ ਆ ਜੀ। ਤੇ ਉਹ ਮੈਨੂੰ ਕਹਿੰਦਾ ਕਿ ਤੁਸੀਂ ਜੇ ਤੁਹਾਡਾ ਕੰਮ ਨਹੀਂ ਹੁੰਦਾ ਮੇਰਾ ਕਾਰਡ ਲੈ ਲਓ ਤੇ ਮੈਨੂੰ ਮਿਲ ਲਿਓ। ਮੈਂ ਕਿਹਾ ਬੱਚੇ ਦੇ ਜਾ ਕਾਰਡ, ਪਰ ਜੇ ਮੈਂ ਤੇਰੇ ਨਾਲ ਸਿਰ ਖਪਾਇਆ ਤਾਂ ਮੈਂ ਕਿਤੇ ਹੋਰ ਵੀ ਖਪਾਉਂਦੀ ਹੋਊਂਗੀ। ਉਹਦੇ ਜਾਣ ਤੋਂ ਬਾਅਦ ਜਿਹੜੇ ਉੱਥੇ ਬੈਠੇ ਸੀਗੇ ਉਹ ਮੈਨੂੰ ਕਹਿੰਦੇ ਭੈਣ ਜੀ ਤੁਸੀਂ ਬਹੁਤ ਚੰਗਾ ਕੀਤਾ, ਆਈ ਫੀਲ ਸੋ ਬੈਡ ਕਿ ਤੁਸੀਂ ਪੜ੍ਹੇ ਲਿਖੀ ਕਲਾਸ ਆ, ਜੇ ਤੁਸੀਂ ਇਹਨਾਂ ਨੂੰ ਕਿੰਤੂ ਪਰੰਤੂ ਨਹੀਂ ਕਰਦੇ, ਕੁਐਸਚਨਿੰਗ ਨਹੀਂ ਕਰਦੇ, ਤੇ ਪਿੰਡਾਂ ਦੇ ਲੋਕਾਂ ਤੋਂ ਅਸੀਂ ਆਸ ਕੀ ਕਰ ਸਕਦੇ ਹਾਂ ਜਿਹੜਾ ਅਨਪੜ੍ਹ ਤਬਕਾ ਹੈਗਾ, ਪੜ੍ਹੇ ਲਿਖੇ ਲੋਕ ਵੀ ਨਹੀਂ ਸੀ ਕਰਦੇ ਹੈਗੇ। ਮੈਂ ਚਾਹੂੰਗਾ ਵੀ ਜਿਹੜੀਆਂ ਤੁਹਾਡੀਆਂ ਹੁਣ ਤੱਕ 4 ਕਿਤਾਬਾਂ ਆਈਆਂ ਨੇ, ਜਿਹੜੀ ਪਹਿਲੀ ਕਿਤਾਬ ਤੁਸੀਂ ਕਿਹੜੀ ਲਿਖਣ ਦਾ, ਕਿਤਾਬਬੱਧ ਕਰਨ ਦਾ ਉਹਨੂੰ ਮੌਕਾ ਮਿਲਿਆ, ਸਬਬ ਸਭ ਤੋਂ ਬਣਿਆ? ਪਹਿਲਾਂ ਮੇਰੀ ਕਿਤਾਬ ਸੀ ਜ਼ਿੰਮੇਵਾਰ ਕੌਣ ਜੀ। ਇਹਦੇ ਵਿੱਚ ਵੀ ਉਹੀ ਮੇਰੇ ਜਿੰਨੇ ਵੀ ਇਹ ਚਾਰੇ ਕਿਤਾਬਾਂ ਨੇ ਮੇਰੀਆਂ ਸਾਰੀਆਂ ਜਿਹੜੇ ਸਾਰੇ ਆਰਟੀਕਲ ਨੇ ਇਹ ਪਬਲਿਸ਼ ਹੋਏ ਨੇ ਵੱਖ-ਵੱਖ ਅਖਬਾਰਾਂ ਦੇ ਵਿੱਚ ਜੀ। ਕੋਈ ਇੱਕ ਦੋ ਭਾਵੇਂ ਆਰਟੀਕਲ ਵਿੱਚ ਹੋਣ ਜਿਹੜੇ ਪਬਲਿਸ਼ ਨਹੀਂ ਹੋਏ। ਤੇ ਇਹ ਜਿਵੇਂ 2018 ਦੇ ਵਿੱਚ ਇਹ ਪਬਲਿਸ਼ ਹੋਈ ਹੈ ਤੇ ਤੁਸੀਂ ਦੱਸੇ 2005 ਤੋਂ ਤੁਸੀਂ ਲਿਖਣਾ ਸ਼ੁਰੂ ਕੀਤਾ, ਤਾਂ ਬੜਾ ਲੰਮਾ ਸਫ਼ਰ ਮਿਲ ਗਿਆ, ਕਿਹਦੀ ਕਿਤਾਬ ਇਕੱਠੀ ਕਰਨ ਨੂੰ ਬਹੁਤ ਟਾਈਮ ਲੱਗ ਗਿਆ। ਨਹੀਂ ਇਕੱਠੇ ਤੇ ਹੋਏ ਸੀਗੇ, ਪਰ ਮੈਨੂੰ ਰਸਤਾ ਨਹੀਂ ਸੀ ਪਤਾ ਹੈਗਾ ਕਿ ਇਹ ਵੀ ਕੰਮ ਕਰਨਾ। ਅੱਛਾ। ਉਸ ਤੋਂ ਬਾਅਦ ਮੇਰਾ ਕੰਟੈਕਟ ਜਿਹੜੇ ਸੀਗੇ ਲਿਖਣ ਕਰਕੇ ਸੰਗਰੂਰ ਦੇ ਕਾਫੀ ਲੋਕ ਸੀਗੇ, ਮਲਵਈ ਉਹਨਾਂ ਦੇ ਨਾਲ ਪਿਆ, ਤੇ ਉਹਨਾਂ ਨੇ ਮੈਨੂੰ ਕਿ ਭੈਣ ਜੀ ਤੁਸੀਂ ਇਹਨਾਂ ਨੂੰ ਇਕੱਠੇ ਕਰੋ, ਇਹਨਾਂ ਨੂੰ ਬੁੱਕ ਦੇ ਵਿੱਚ ਕਰੋ, ਅੱਛੇ ਹੈਗੇ ਨੇ। ਤੇ ਮੈਂ ਉਹਨਾਂ ਨੂੰ ਇੱਕੋ ਚੀਜ਼ ਕਿ ਮੈਂ ਕਿਹਾ ਮੈਨੂੰ ਕੁਝ ਨਹੀਂ ਪਤਾ ਜੀ, ਕਿਉਂਕਿ ਜੇ ਮੈਂ ਪਬਲਿਕੇਸ਼ਨ ਦੇ ਇੱਕ ਦੋ ਉਹਦੇ ਕੋਲ ਗਈ ਤੇ ਉਹਨਾਂ ਨੇ ਕੋਈ ਮੈਨੂੰ ਕਰੇ ਕਿ ਟਾਈਪਿੰਗ ਕਰਵਾ ਕੇ ਦੇ ਦਿਓ, ਕੋਈ ਕੁਛ ਕਰੇ ਕੋਈ ਕੁਛ ਕਰੇ। ਮੈਂ ਕਿਹਾ ਇਹ ਤਾਂ ਕੰਮ ਬਹੁਤ ਔਖਾ ਆ, ਤੇ ਮੈਂ ਕਿਹਾ ਮੈਨੂੰ ਉਹ ਨਹੀਂ ਸਮਝ ਆ ਰਹੀ ਹੈਗੀ ਵੀ ਕੀ ਕਰਨਾ, ਕਿਉਂਕਿ ਮੇਰਾ ਇਹ ਕੋਈ ਇਦਾਂ ਦਾ ਫੀਲਡ ਹੈ ਨਹੀਂ ਸੀ, ਮੈਂ ਕਦੀ ਬੁੱਕ ਪਬਲਿਸ਼ ਨਹੀਂ ਸੀ ਕਰਵਾਈ, ਕਿਸੇ ਨਾਲ ਮੇਰਾ ਵਾਹ ਨਹੀਂ ਸੀ ਪਿਆ। ਉਹਨਾਂ ਨੇ ਮੈਨੂੰ ਕਿਹਾ ਕਿ ਭੈਣ ਜੀ ਤੁਸੀਂ ਆਰਟੀਕਲ ਭੇਜ ਦਿਓ ਸਾਨੂੰ। ਇਹ ਕਿਤਾਬ ਸਾਰੀ ਮਲਵਈਆਂ ਦੇ ਹੱਥਾਂ ਚੋਂ ਨਿਕਲੀ ਹੋਈ ਆ। ਅੱਛਾ, ਠੀਕ ਹੈ। ਮੈਂ ਕੁਝ ਨਹੀਂ ਕੀਤਾ ਇਹਦੇ ਵਿੱਚ, ਆਰਟੀਕਲ ਭੇਜੇ ਨੇ, ਬਾਕੀ ਸਾਰਾ ਜਿਹੜਾ ਹੈ ਉਹ ਸੰਗਰੂਰ ਦੇ ਸੀਗੇ, ਮਾਲਵਾ ਲਿਖਾਰੀ ਸਭਾ ਉਹਦੇ ਹੀ ਕਾਫੀ ਮੈਂਬਰ ਨੇ ਜੀ। ਮਾਸਟਰ ਮੂਲਚੰਦ ਸੀਗੇ, ਇਹਦੀ ਜਿੰਨੀ ਕਰੈਕਸ਼ਨ ਕੀਤੀ ਹੋਈ ਆ ਉਹ ਕੁਲਵੰਤ ਖਨੌਰੀ ਨੇ, ਬਲਜਿੰਦਰ ਰੇਤਗੜ੍ਹ ਹੈ ਜੀ, ਤੇ ਉੱਥੇ ਡਾਕਟਰ ਹੈਡ ਆਫ ਦੀ ਡਿਪਾਰਟਮੈਂਟ ਨੇ, ਗਵਰਨਮੈਂਟ ਕਾਲਜ ਹੈ ਉੱਥੇ ਸੰਗਰੂਰ, ਉਹਨਾਂ ਨੇ ਲਿਖਿਆ ਹੋਇਆ ਇਹਦਾ ਮੁਖਬੰਦ। ਇਹਨਾਂ ਸਾਰਿਆਂ ਨੇ ਮੈਨੂੰ ਕਿਤਾਬ ਜਿਹੜੀ ਸੀਗੀ ਉਹ ਸਾਰਾ ਕੰਮ ਉਹਨਾਂ ਨੇ ਕੀਤਾ ਔਰ ਉਹ ਪਬਲਿਸ਼ ਹੋ ਕੇ ਮੇਰੇ ਕੋਲ ਪਹੁੰਚੀ। ਤੇ ਜਿਹੜੀ ਇਹਦੇ ਵਿੱਚ ਜ਼ਿੰਮੇਵਾਰ ਕੌਣ ਜਿਹਦੇ ਨਾਂ ਤੇ ਤੁਸੀਂ ਇਸ ਦਾ ਸਰਵਰਕ ਤੇ ਨਾਂ ਲਿਖਿਆ ਹੋਇਆ, ਉਹ ਕਿਸ ਵਿਸ਼ੇ ਦੇ ਉੱਤੇ ਹੈ? ਇਹ ਮੈਂ ਇਹੋ ਹੀ ਲਿਖਿਆ ਸੀਗਾ ਕਿ ਸਾਡੇ ਨਾਲ ਜੋ ਕੁਝ ਹੋ ਰਿਹਾ ਹੈ ਉਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ, ਕੌਣ ਦੱਸੂਗਾ ਕਿ ਸਾਡੀ ਜੋ ਕੁਝ ਹੋ ਰਿਹਾ, ਖੱਜਲ ਖੁਆਰੀ ਹੋ ਰਹੀ ਆ, ਵੀ ਉਹਦੇ ਜ਼ਿੰਮੇਵਾਰੀ ਕੌਣ ਲਊਗਾ। ਵੀ ਸਾਡੀ ਹੈ, ਵੋਟ ਅਸੀਂ ਗਲਤ ਪਾਉਨੇ ਆ, ਸਿਲੈਕਟ ਅਸੀਂ ਬੰਦੇ ਗਲਤ ਕਰਦੇ ਆ, ਪ੍ਰਸ਼ਾਸਨ ਹੈ ਜਾਂ ਕੌਣ? ਇਹਦੇ ਵਿੱਚ ਤੁਸੀਂ ਕਿੰਨੇ ਹੀ ਵਿਸ਼ਿਆਂ ਨੂੰ ਜਿਹੜਾ ਛੂਇਆ ਹੋਇਆ ਲੱਗਦਾ ਨਾ, ਬਿਲਕੁਲ ਕੋਈ ਛੱਡੇ ਹੀ ਨਹੀਂ ਹੋਇਆ। ਫਿਰ ਕੋਈ ਇਹ ਲੱਗਿਆ ਵੀ ਕੋਈ ਐਸਾ ਸਭਣੀ ਕਹਿ ਦਈਏ ਸਮਾਜ ਦਾ ਕੋਈ ਇਹੋ ਜਿਹਾ ਹਿੱਸਾ ਹੈ ਜਿੱਥੇ ਕੁਝ ਕਰਪਸ਼ਨ, ਕੁਝ ਬੁਰਾ ਨਾ ਹੁੰਦਾ ਹੋਵੇ? ਬਿਲਕੁਲ, ਮੈਂ ਕੋਈ ਕੁਛ ਵੀ ਨਹੀਂ ਛੱਡਿਆ। ਜੇ ਮੈਂ ਪੋਲੂਸ਼ਨ ਤੇ ਲਿਖਿਆ, ਮੈਨੂੰ ਉਹ ਵੀ ਕੁਛ ਤੇ ਮੈਂ ਹੰਡਾਇਆ ਹੀ ਹੈ ਕਿ ਸੀਵਰੇਜ ਜਿਹੜਾ ਉਹ ਖੁੱਲਾ ਪਿਆ, ਕਿਤੇ ਕੋਈ ਵੀ ਟ੍ਰੀਟਮੈਂਟ ਪਲਾਂਟ ਨਹੀਂ ਚੱਲਦੇ ਪਏ, ਕੋਈ ਕੁਛ ਨਹੀਂ ਹੈਗਾ, ਉੱਦਾਂ ਹੀ ਸਿੱਧੇ ਪਾਣੀ ਚੱਲੀ ਜਾਂਦੇ। ਜਿਵੇਂ ਇਹ ਜਿਹੜੀਆਂ ਸਮੱਸਿਆਵਾਂ ਨੇ ਇਹ ਤਾਂ ਚਲੋ ਆ ਗਈਆਂ ਵੀ ਸਰਕਾਰ ਨੇ, ਤੁਹਾਡੇ ਚੁਣੇ ਹੋਏ ਨੁਮਾਇੰਦੇ ਨੇ, ਜੋ ਸਿਸਟਮ ਹੈਗਾ ਨਾ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ, ਹੈ ਨਾ। ਤੁਸੀਂ ਐਮਸੀ ਆ ਭਾਵੇਂ ਹੋਰ ਚੀਜ਼ਾਂ ਨੇ, ਬੈਂਕ ਨੇ, ਨਹੀਂ ਕਰ ਰਿਹਾ। ਪਰ ਉਹ ਤੋਂ ਬਿਨਾਂ ਇੱਕ ਜਿਹੜੀ ਹੋਰ ਚੀਜ਼ ਆ ਉਹ ਹੈਗਾ ਤੁਹਾਡੀ ਸੁਸਾਇਟੀ। ਬਿਲਕੁਲ, ਜਿਹੜਾ ਬਾਹਰ ਦਾ ਪੋਲਿਊਸ਼ਨ ਆ ਉਹ ਸ਼ਾਇਦ ਉਹਨੂੰ ਹੱਲ ਕਰਨਾ ਕੋਈ ਬੜਾ ਔਖਾ ਨਹੀਂ ਹੈਗਾ, ਤੁਸੀਂ ਚਿੱਠੀਆਂ ਲਿਖੋ ਜਾਂ ਬੰਦਾ ਕੋਈ ਸਹੀ ਮਿਲ ਗਿਆ। ਪਰ ਜਿਹੜਾ ਸੁਸਾਇਟੀ ਦਾ ਪੋਲਿਊਸ਼ਨ ਆ, ਬਿਲਕੁਲ, ਜੇ ਉਹ ਸਭ ਤੋਂ ਜ਼ਿਆਦਾ ਖਤਰਨਾਕ ਆ। ਜੇ ਸੁਸਾਇਟੀ ਦਾ ਪੋਲਿਊਸ਼ਨ ਖਤਮ ਹੋ ਜਾਵੇ ਸ਼ਾਇਦ ਇਹ ਚੀਜ਼ਾਂ ਰਹਿਣ ਹੀ ਨਾ। ਜੇ ਸੁਸਾਇਟੀ ਦਾ ਪੋਲਿਊਸ਼ਨ ਖਤਮ ਹੋ ਜਾਏ ਤੇ ਫਿਰ ਅਸੀਂ ਗੰਦੀ ਸਰਕਾਰ ਨਾ ਚੁਣੀਏ। ਜੀ। ਮੈਮ, ਸਮਾਂ ਸਾਡੇ ਕੋਲ ਇੱਕ ਨਿੱਕੇ ਜਿਹੇ ਬ੍ਰੇਕ ਦਾ। ਇਹ ਤੁਹਾਡੀਆਂ ਹਜੇ ਹਾਲ ਹੀ ਦੇ ਵਿੱਚ ਜਿਹੜੀਆਂ 2 ਕਿਤਾਬਾਂ ਨੇ ਕਿਸਾਨ ਸੰਘਰਸ਼ ਉੱਤੇ, ਜੋ ਹੁਣ ਮਸਲਾ ਚੱਲ ਰਿਹਾ ਹੈ, ਠੀਕ ਹੈ, ਉਹ ਤੁਸੀਂ ਆਈਆਂ ਉਹਦੇ ਬਾਰੇ ਗੱਲਬਾਤ ਕਰਾਂਗੇ। ਫਿਲਹਾਲ ਇੱਕ ਬ੍ਰੇਕ ਲੈ ਲਈਏ। ਬਿਲਕੁਲ, ਸਮਾਂ ਹੋ ਗਿਆ ਨਿੱਕੇ ਜਿਹੇ ਬ੍ਰੇਕ ਦਾ। ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਜੀ। ਗੱਲਬਾਤ ਕਰ ਰਹੇ ਸੀਗੇ ਪ੍ਰਭਜੋਤ ਕੌਰ ਢਿੱਲੋਂ ਜੀ ਨਾਲ। ਮੈਮ ਸਤਿ ਸ਼੍ਰੀ ਅਕਾਲ ਜੀ, ਤੇ ਮੁੜ ਤੋਂ ਸਵਾਗਤ ਕਰਦੇ ਹਾਂ ਜੀ। ਓਕੇ। ਤੇ ਜਿਵੇਂ ਤੁਹਾਡੀਆਂ ਕਿਤਾਬਾਂ ਦੇ ਬਾਰੇ ਗੱਲਬਾਤ ਕਰ ਰਹੇ ਸੀਗੇ, ਜ਼ਿਆਦਾਤਰ ਤੁਸੀਂ ਕਿਤਾਬਾਂ ਨੇ ਜਿਹੜੀਆਂ
ਉਹ ਸਮਾਜਿਕ ਇਸ਼ੂਆਂ 'ਤੇ ਲਿਖੀਆਂ ਨੇ। ਅਸਲ 'ਚ ਲੇਖਕ ਦਾ ਇਹ ਪਹਿਲਾ ਤਾਂ ਫਰਜ਼ ਇਹੀ ਹੁੰਦਾ ਵੀ ਜੋ ਸਮਾਜ ਵਿੱਚ ਵਿਚਰ ਰਿਹਾ, ਜੋ ਹੋ ਰਿਹਾ ਨਾ, ਉਹਦੇ ਖਿਲਾਫ, ਜੋ ਗਲਤ ਹੋ ਰਿਹਾ ਉਹਦੇ ਖਿਲਾਫ ਲਿਖੇ ਅਤੇ ਲੋਕਾਂ ਤੱਕ ਸੱਚੀ ਗੱਲ ਪਹੁੰਚਾਵੇ। ਲੋਕਾਂ ਤੱਕ ਹੀ ਨਹੀਂ, ਸ਼ਾਇਦ ਸਰਕਾਰੀ ਦਰਬਾਰੇ ਤੱਕ ਵੀ ਉਹ ਗੱਲ ਪਹੁੰਚਾਵੇ। ਅਤੇ ਹੁਣ ਹਾਲ ਹੀ ਦੇ ਵਿੱਚ ਜਿਹੜਾ ਇੱਕ ਮਸਲਾ ਬਹੁਤ ਗੰਭੀਰ ਹੈ ਉਹ ਹੈਗਾ ਕਿਸਾਨੀ ਸੰਘਰਸ਼ ਦਾ। ਸਰਕਾਰ ਬਿੱਲ ਲੈ ਕੇ ਆਉਂਦੀ ਹੈ ਅਤੇ ਜਿਨ੍ਹਾਂ ਦੀ ਲੈ ਕੇ ਆਉਂਦੀ ਹੈ ਉਹਨਾਂ ਨੂੰ ਪਸੰਦ ਨਹੀਂ ਹੈਗੀ, ਅਤੇ ਉਹ ਅੱਜ ਕਿਸਾਨ ਆ ਜਿਹੜਾ ਉਹ 3 ਮਹੀਨਿਆਂ ਤੋਂ ਉੱਤੇ ਸਮਾਂ ਹੋ ਗਿਆ ਦਿੱਲੀ ਬਾਰਡਰਾਂ 'ਤੇ ਬੈਠਾ, ਅਤੇ ਉਹਨਾਂ ਦੇ ਮਸਲਿਆਂ ਦੇ ਉੱਤੇ ਕਿਸਾਨੀ ਅੰਦੋਲਨ ਤੁਹਾਡੀਆਂ ਜਿਹੜੀਆਂ ਹੁਣ 2 ਕਿਤਾਬਾਂ ਤੁਸੀਂ ਲਿਖੀਆਂ ਨੇ, ਅਤੇ ਇਹਨਾਂ ਕਿਤਾਬਾਂ ਦੇ ਬਾਰੇ ਦੱਸੋ ਵੀ ਕੀ ਜਿਹੜੇ ਵਿਸ਼ਿਆਂ ਦੇ ਉੱਤੇ ਤੁਸੀਂ ਇਹ 'ਚ ਲਿਖਿਆ, ਕੀ ਇਹਨਾਂ ਕਿਤਾਬਾਂ ਦੇ ਵਿੱਚ ਖਾਸ ਹੈ? ਪਹਿਲਾਂ ਤਾਂ ਮੈਂ ਕਿਸਾਨੀ ਸੰਘਰਸ਼ ਵਾਲੀ ਜਿਹੜੀ ਹੈ ਮੈਂ ਉਹਦੇ ਬਾਰੇ ਗੱਲ ਕਰੂੰਗੀ। ਹੱਕ ਸੱਚ ਦੀ ਆਵਾਜ਼ ਕਿਸਾਨ ਅੰਦੋਲਨ। ਹਾਂਜੀ ਜੀ। ਮੈਂ ਇਹਦੇ ਉੱਤੇ ਬਹੁਤ, ਇਹ ਜਿੰਨੇ ਵੀ ਇਹਦੇ 'ਚ ਵੀ ਆਰਟੀਕਲ ਨੇ ਸਾਰੇ ਵੱਖ-ਵੱਖ ਅਖਬਾਰਾਂ ਦੇ ਵਿੱਚ ਛਪੇ ਹੋਏ ਨੇ ਜੀ। ਮੈਨੂੰ ਇਹ ਲੱਗਦਾ ਹੈਗਾ ਕਿ ਜੇ ਤੁਸੀਂ ਕਾਨੂੰਨ ਬਣਾਉਣੇ, ਪਹਿਲੀ ਗੱਲ ਤੇ ਜਿੰਨਾ ਕੁ ਅਸੀਂ ਪੜ੍ਹਿਆ ਜਾਂ ਸੁਣਿਆ ਜਾਂ ਡਿਬੇਟਸ ਹੋਈਆਂ ਕਿ ਇਹ ਸੈਂਟਰ ਦਾ ਜਿਹੜਾ ਵਿਸ਼ਾ ਨਹੀਂ ਸੀਗਾ, ਉਹਨਾਂ ਨੇ ਘੁਮਾ ਕੇ ਬਣਾਇਆ ਜਾਂ ਜੋ ਵੀ ਬਣਾਇਆ, ਇਹ ਵੱਖਰਾ ਵਿਸ਼ਾ ਹੈਗਾ। ਮੈਂ ਜਿਹੜਾ ਇਹਨੂੰ ਇਹ ਸਮਝਦੀ ਹਾਂ ਕਿ ਜੇ ਤੁਸੀਂ ਹਰ ਇੱਕ ਚੀਜ਼ ਵਪਾਰੀ ਵਰਗ ਦੇ ਵਿੱਚ ਦੇ ਦਿੱਤੀ, ਜੋ ਕਿਸਾਨ ਆਗੂ ਵੀ ਕਹਿ ਰਹੇ ਨੇ, ਤੇ ਫਿਰ ਤੇ ਰੋਟੀ ਮੇਰਾ ਖਿਆਲ ਇੱਕ ਵੇਲੇ ਦੀ ਹੋ ਜਾਏਗੀ। ਕਿ ਜਦੋਂ ਵਪਾਰੀ ਵਰਗ ਦੇ ਕੋਲ ਕੋਈ ਵੀ ਚੀਜ਼ ਜਾਂਦੀ, ਉਹਨੇ ਆਪਣੇ ਬੈਨੀਫਿਟ ਲਈ ਕਰਨੀ, ਉਹਨੇ ਪਬਲਿਕ ਦੇ ਬੈਨੀਫਿਟ ਲਈ ਨਹੀਂ ਕਰਨੀ ਹੈਗੀ। ਦੂਸਰਾ ਇਹ ਹੈਗਾ ਕਿ ਤੁਸੀਂ ਜਿਸ ਕੰਡੀਸ਼ਨ ਦੇ ਵਿੱਚ ਹੁਣ 4.5 ਮਹੀਨੇ ਦੇ ਕਰੀਬ ਹੋ ਗਏ ਉਹਨਾਂ ਨੂੰ ਉੱਥੇ ਬੈਠਿਆਂ, 2 ਮਹੀਨੇ ਇੱਥੇ ਸੀਗੇ। ਜਿਹੜਾ 2 ਮਹੀਨੇ ਪਹਿਲਾਂ ਬੈਠੇ ਸੀ ਅਸੀਂ ਵੀ ਉਹਨੂੰ ਕੋਈ ਬਹੁਤ ਜ਼ਿਆਦਾ ਜਿੱਦਾਂ ਨੋਰਮਲ ਧਰਨੇ 'ਤੇ ਬੈਠੇ, ਸਾਨੂੰ ਵੀ ਕਿਸਾਨ ਜਿਹੜੀਆਂ ਇਹ ਯੂਨੀਅਨ ਹੈਗੀਆਂ ਉਹਨਾਂ ਦੇ ਬਾਰੇ ਕੋਈ ਨੌਲੇਜ ਤੇ ਹੈ ਨਹੀਂ ਸੀ, ਕਿਉਂਕਿ ਇੰਨੇ ਕਦੀ ਬਾਹਰ ਤੇ ਆਏ ਨਹੀਂ ਸੀਗੇ। ਗੱਲ ਇਹ ਨਹੀਂ, ਉਦੋਂ ਲੋੜ ਨਹੀਂ ਪਈ ਸੀਗੀ, ਕਦੀ ਕਦਾਈ ਲੀਡਰ ਤਾਂ ਗੇੜੇ ਮਾਰਦੇ ਰਹੇ ਨੇ, ਹੁਣ ਕਿਸਾਨਾਂ ਨੇ ਥੋੜਾ ਗੇੜੇ ਮਾਰਨੇ, ਉਹਨਾਂ ਦਾ ਤੇ ਕੁਝ ਪਤਾ ਹੀ ਨਹੀਂ ਸੀਗਾ। ਕਦੀ ਕਦਾਈ ਅਸੀਂ ਦੇਖਦੇ ਸੀਗੇ ਕਿ ਇੱਥੇ YPS ਦੇ ਕੋਲ ਇਹਨਾਂ ਨੂੰ ਡੱਕਿਆ ਹੁੰਦਾ ਸੀਗਾ, ਇਹਨਾਂ ਨੂੰ ਚੰਡੀਗੜ੍ਹ ਐਂਟਰ ਨਹੀਂ ਸੀ ਕਰਨ ਦਿੰਦੇ, ਪਰ ਕਦੀ ਉਹ ਚੀਜ਼ ਅਸੀਂ ਮਹਿਸੂਸ ਨਹੀਂ ਸੀ ਕੀਤੀ ਵੀ ਇਹ ਕੀ ਹੈਗਾ, ਕਿਉਂ ਬੈਠੇ ਨੇ। ਕਿ ਜਿਸ ਦਿਨ ਤੋਂ ਇਹ 26 ਨਵੰਬਰ ਨੂੰ ਜਦੋਂ ਗਏ ਨੇ, ਦੈਨ ਵੀ ਰਿਅਲਾਈਜ਼ਡ ਕਿ ਕੁਛ ਗੜਬੜ ਹੈ। ਉਸ ਤੋਂ ਪਹਿਲਾਂ ਵੀ ਮੈਂ ਮਤਲਬ ਇੰਨਾ ਸੀਰੀਅਸਲੀ ਮੈਂ ਨਹੀਂ ਸੀ ਸੁਣਦੀ ਹੈਗੀ, ਜੇ ਮੇਰਾ ਖਿਆਲ ਬਹੁਤ ਲੋਕਾਂ ਨੂੰ ਨਹੀਂ ਸੀ ਪਤਾ। ਬਹੁਤ ਕੀ ਜੀ, ਅੱਧੇ ਪੰਜਾਬ ਤੋਂ ਨਹੀਂ, ਸਿਰਫ ਕਿਸਾਨਾਂ ਨੂੰ ਹੀ ਪਤਾ ਸੀ, ਹੋਰ ਕਿਸੇ ਤਬਕੇ ਦੇ ਬਾਰੇ ਨਹੀਂ ਕਿਸੇ ਨੂੰ ਨਹੀਂ ਸੀ ਪਤਾ। ਇਹ ਤਰਾਸਦੀ ਵੀ ਸੀ ਬਿਲਕੁਲ, ਕਿਉਂਕਿ ਇਹ ਚੀਜ਼ਾਂ ਪਹੁੰਚੀਆਂ ਹੀ ਨਹੀਂ ਸੀ, ਸਾਨੂੰ ਹੀ ਨਹੀਂ ਸੀ ਪਤਾ। ਅਸੀਂ ਇਹਨਾਂ ਆਗੂਆਂ ਦੇ ਨਾਂ, ਮੇਰਾ ਖਿਆਲ ਰਾਜੇਵਾਲ ਸਾਹਿਬ ਦਾ ਨਾਂ ਤੇ ਕਦੀ ਕਦਾਈ ਸੁਣਿਆ ਹੋਏਗਾ, ਬਾਕੀ ਅਸੀਂ ਕਦੀ ਕਿਸੇ ਦਾ ਨਾਂ ਹੀ ਨਹੀਂ ਸੀ ਸੁਣਿਆ। ਸਾਨੂੰ ਇਹ ਪਤਾ ਹੀ ਨਹੀਂ ਸੀ ਵੀ ਕਿਸਾਨ ਯੂਨੀਅਨ ਵੀ ਹੈਗੀਆਂ ਨੇ ਜੀ। ਉਹ ਜਿਹੜੀਆਂ ਚੀਜ਼ਾਂ ਸੀਗੀਆਂ, ਉਹ ਫਿਰ ਮੈਂ ਬਹੁਤ ਜ਼ਿਆਦਾ ਇਹਨਾਂ ਦੇ ਉੱਤੇ ਲਿਖਿਆ, ਡਿਬੇਟਸ ਬੜੀਆਂ ਸੁਣੀਆਂ। ਉਹ ਸਾਰਾ ਸੁਣ ਕੇ ਮੈਂ ਆਪਣਾ ਜਿਹੜੇ ਸੀਗੇ ਉਹ ਸੋਚਿਆ ਵਿਚਾਰਿਆ ਕਿ ਆਹ ਚੀਜ਼ ਤੇ ਇਦਾਂ ਹੋ ਰਹੀ ਆ, ਜਾਂ ਇਹ ਸਾਡੇ ਨਾਲ ਇਦਾਂ ਹੋਏਗਾ, ਜਾਂ ਹਰ ਤਬਕੇ ਦੇ ਨਾਲ ਇਦਾਂ ਹੋਏਗਾ। ਮੈਂ ਫਿਰ ਉਹ ਜਿਹੜੇ ਆਰਟੀਕਲ ਸੀਗੇ ਉਹ ਲਿਖਣੇ ਸ਼ੁਰੂ ਕੀਤੇ ਕਿ ਸਾਨੂੰ ਉੱਠਣਾ ਚਾਹੀਦਾ ਹੈ, ਜਾਂ ਇਹ ਹਰ ਇੱਕ ਵਰਗ ਦੇ ਉੱਤੇ ਇਹਦਾ ਇੰਪੈਕਟ ਪਏਗਾ, ਇਹਦਾ ਅਸਰ ਕਿੱਦਾਂ ਜਾਏਗਾ। ਜੇ ਘਰਾਣੇ ਆ ਜਾਂਦੇ ਨੇ, ਟਰਾਂਸਪੋਰਟ ਜਾਏਗੀ, ਛੋਟੀਆਂ ਰੇਹੜੀਆਂ ਵਾਲੇ ਜਾਣਗੇ, ਜਾਂ ਹਰ ਇੱਕ ਤਬਕੇ ਦੇ ਉੱਤੇ ਜਿਹੜਾ ਸੀ ਉਹ ਜਾਏਗਾ। ਮੈਂ ਉਹ ਸਾਰਾ ਕੁਛ ਜਿਹੜਾ ਹੈ ਜਿੰਨਾ ਕੁ ਮੈਂ ਲਿਖ ਸਕਦੀ ਸੀ ਉਹ ਲਿਖਿਆ। ਫਿਰ ਮੈਂ ਜਿਹੜੇ ਪੁਰਾਣੇ ਅੰਦੋਲਨ ਸੀਗੇ, ਜਿਸ ਤਰ੍ਹਾਂ ਇਹ ਉੱਧਰੋਂ ਅਮਰੀਕਾ ਵਗੈਰਾ ਦੇ ਵਿੱਚ ਸੀ, ਅਮਰੀਕਾ ਦੇ ਵਿੱਚ ਵੀ ਅੰਦੋਲਨ ਇਹ ਹੋਇਆ, ਉਹਨਾਂ ਨੇ ਵੀ 2 ਸਾਲ ਲਈ ਹੋਲਡ ਕੀਤਾ ਸੀਗਾ। ਉੱਥੇ ਵੀ ਵਾਸ਼ਿੰਗਟਨ ਦੇ ਵਿੱਚ ਹੋਈ ਸੀਗੀ ਸਟ੍ਰਾਈਕ, ਇੱਦਾਂ ਹੀ ਉਹਨਾਂ ਨੇ ਵੀ ਟਰੈਕਟਰ ਮਾਰਚ ਕੀਤੀ ਸੀਗੀ, ਅਤੇ ਉਹਨਾਂ ਨੇ 2 ਸਾਲ ਦੇ ਲਈ ਉਹਨੂੰ ਹੋਲਡ ਕੀਤਾ, ਔਰ ਚੁੱਪ-ਚਾਪ ਫਿਰ ਉੱਥੇ ਉਹਨਾਂ ਨੇ 2 ਸਾਲ ਦੇ ਬਾਅਦ ਉਹ ਲਾਗੂ ਹੋ ਗਿਆ, ਉਹ ਜੋ ਵੀ ਉਹਨਾਂ ਨੇ ਕਾਨੂੰਨ ਬਣਾਏ ਸੀਗੇ। ਉੱਥੇ ਤੇ ਕਿਸਾਨੀ ਮਰ ਗਈ, ਕਿਸਾਨ ਮਰ ਗਿਆ, ਸੁਸਾਈਡ ਹੋ ਗਈ। ਈਵਨ ਮੈਂ ਇੱਕ ਦੇਖ ਰਹੀ ਸੀਗੀ ਕਿ ਉਹਦੇ ਕੋਲ 50 ਜਾਂ 60 ਗਾਈਆਂ ਸੀਗੀਆਂ, ਫਾਰਮਰ ਸੀਗਾ, ਔਰ ਉਹਨੇ ਬੜੀਆਂ, ਜਿੱਦਾਂ ਅਸੀਂ ਆਮ ਜਿਹੜਾ ਵੀ ਕਰਦਾ ਉਹ ਪਸ਼ੂਆਂ ਨਾਲ ਵੀ ਉਨਾ ਹੀ ਪਿਆਰ ਕਰਦਾ ਜਿੱਦਾਂ ਆਪਣੇ ਬੱਚੇ ਪਾਲੇ ਹੁੰਦੇ ਆ, ਹੈ ਨਾ। ਉਹਦੀ ਜਦੋਂ ਬਹੁਤ ਜ਼ਿਆਦਾ ਡਾਊਨ ਹੋ ਗਿਆ, ਜਿੱਦਾਂ ਹੁਣ ਸਾਡੀ ਕਿਸਾਨੀ ਗਈ ਜਾ ਰਹੀ ਆ ਡਾਊਨ, ਉਹਨੇ ਸਾਰੀਆਂ ਗਾਈਆਂ ਨੂੰ ਸ਼ੂਟ ਕੀਤਾ ਪਹਿਲਾਂ, ਔਰ ਫਿਰ ਉਹਨੇ ਗੋਲੀ ਮਾਰ ਕੇ ਉਹਨੇ ਸੁਸਾਈਡ ਕਮਿਟ ਕੀਤੀ। ਅਤੇ ਮੈਮ ਇਹਦੇ ਵਿੱਚ ਤੁਸੀਂ ਕਾਫੀ ਜ਼ਿਆਦਾ ਆਰਟੀਕਲ ਜਿਹੜੇ ਉਹ ਕੀਤੇ ਹੋਏ ਨੇ, ਕਿਹੜੇ ਇਹਦੇ ਵਿੱਚ ਟੌਪਿਕਸ ਹੋਰ ਵੀ ਲੈ ਹੋਏ ਨੇ ਕਿਸਾਨੀ ਤੋਂ ਬਿਨਾਂ ਵੀ, ਜਿਵੇਂ ਹੋਰ ਬਿਰਧ ਆਸ਼ਰਮਾਂ ਦੀ ਗੱਲ ਕੀਤੀ, ਸੱਸਾਂ ਬੁਰੀਆਂ ਕਿਉਂ ਤੇ ਮਾਵਾਂ ਚੰਗੀਆਂ ਕਿਉਂ, ਬਿਲਕੁਲ, ਆਪ ਫੜਾਈ ਤੈਨੂੰ ਕੌਣ ਛੁਡਾਵੇ, ਆਪ ਫਾਤੜੀਆ ਤੈਨੂੰ ਕੌਣ ਛੁਡਾਵੇ।
ਤਾਂ ਹੋਰ ਵਿਸ਼ੇ ਵੀ ਤੁਸੀਂ ਕਾਫੀ ਜ਼ਿਆਦਾ ਲਏ ਹੋਏ ਨੇ, ਕੋਈ ਘਟਨਾਵਾਂ ਸਾਡੇ ਨਾਲ ਇੱਕ ਦੋ ਜ਼ਰੂਰ ਸਾਂਝੀਆਂ ਕਰੋ ਵੀ ਕਿਹੜੀਆਂ? ਬਿਲਕੁਲ, ਜੇ ਮੈਂ ਦਹੇਜ ਦੀ ਪਹਿਲਾਂ ਕਰ ਲੈਂਦੇ ਆ ਜੀ ਕਿ ਜਿਹੜੇ ਇਸ ਵੇਲੇ ਮਿਸਯੂਜ਼ ਹੋ ਰਿਹਾ, ਦਹੇਜ ਦਾ ਬੜਾ ਰੌਲਾ ਪੈ ਰਿਹਾ ਹੈਗਾ। ਜੀ ਮੈਂ 3-4 ਤੇ ਅਸੀਂ ਆਪ ਜਿਹੜੇ ਕਲੋਨੀ ਦੇ ਵਿੱਚ ਹੀ ਕੇਸ ਦੇਖੇ ਸੀਗੇ, ਉਹਨਾਂ ਦੇ ਵਿੱਚ ਅਸੀਂ ਸਾਰੀ ਕਲੋਨੀ ਜਿਹੜੀ ਸੀਗੀ ਉਹਨਾਂ ਕੇਸਾਂ ਨੂੰ ਅਸੀਂ ਬਹੁਤ ਨੇੜੇ ਤੋਂ ਦੇਖਿਆ। ਅਸੀਂ ਉਹਨਾਂ ਦੇ ਵਿੱਚ ਵੜ ਕੇ ਵੀ ਦੇਖਿਆ, ਅਸੀਂ ਉਹ ਸਿਸਟਮ ਵੀ ਦੇਖਿਆ ਕਿ ਕਿੱਦਾਂ ਜਿਨ੍ਹਾਂ ਨੇ 5-5 7-7 ਲੱਖ ਰੁਪਈਆ ਲਗਾਇਆ ਹੋਇਆ ਔਰ ਕਰੋੜ ਜਿਹੜੇ ਲੜਕੀਆਂ ਵਾਲੇ ਕਲੇਮ ਕਰਦੇ ਪਏ ਨੇ, ਔਰ ਜੋ ਪੁਲਿਸ ਦਾ ਰੋਲ ਹੈ ਉਹ ਕਿੰਨਾ ਲੜਕਿਆਂ ਦੇ ਪਰਿਵਾਰਾਂ ਦੇ ਲਈ ਕਿੰਨਾ ਗਲਤ ਹੈਗਾ। ਉਹ ਇਦਾਂ ਹੀ ਸ਼ੁਰੂ ਕਰ ਦਿੰਦੇ ਨੇ ਕਿ ਜਿੱਦਾਂ ਉਹ ਕਲਪਰੇਟ ਹੁੰਦੇ ਨੇ ਜਾਂ ਉਹ ਮੁਲਜ਼ਮ ਹੁੰਦੇ ਨੇ, ਉਹਨਾਂ ਨੂੰ ਇੰਨਾ ਰੂਡ ਬੋਲਦੇ ਨੇ। ਔਰ ਪੜ੍ਹੇ ਲਿਖੇ ਪਰਿਵਾਰ ਨੇ ਜਿਨ੍ਹਾਂ ਨੂੰ ਅਸੀਂ ਦੇਖਿਆ ਹੋਇਆ ਸੀਗਾ ਕਿ ਉਹਨਾਂ ਨੇ ਦਹੇਜ ਨਹੀਂ ਲਿਆ। ਦੂਸਰਾ, ਮੈਨੂੰ ਇਹ ਲੱਗਦਾ ਕਿ ਮੈਂ ਬੀਇੰਗ ਲੇਡੀ ਜਾਂ ਮੈਂ ਲੜਕੀ ਦੋਨੋਂ, ਮੈਂ ਲੜਕੀ ਵੀ ਰਹੀ ਹਾਂ, ਨੂੰਹ ਵੀ ਬਣੀ ਆ, ਸਾਰਾ ਕੁਝ ਬਣੀ ਆ, ਮੈਨੂੰ ਇਹ ਲੱਗਦਾ ਕਿ ਜੇ ਤੁਹਾਨੂੰ ਇੱਕ ਕਾਨੂੰਨ ਦਾ ਪਤਾ ਤਾਂ ਫਿਰ ਸਾਨੂੰ ਕੁੜੀਆਂ ਨੂੰ ਜਿਹੜਾ ਸਾਡਾ ਆਪਣੇ ਭਰਾਵਾਂ ਦੇ ਬਰਾਬਰਤਾ ਦਾ ਹੱਕ ਹੈਗਾ, ਸਾਨੂੰ ਉਹ ਕਿਉਂ ਨਹੀਂ ਸਮਝ ਆਉਂਦਾ। ਦਹੇਜ ਦੀ ਰੌਲੀ ਜਿਹੜੀ ਇਸ ਵੇਲੇ ਘੱਟ ਹੈਗੀ ਆ, ਇਹ ਆਧੁਨਿਕਤਾ ਦੀ ਲੜਾਈ ਜ਼ਿਆਦੀ ਹੈ, ਈਗੋ ਦੀ ਲੜਾਈ ਜ਼ਿਆਦੀ ਹੈ। ਇੱਕ ਜੋ ਮੈਨੂੰ ਇਸ ਵੇਲੇ ਸਭ ਤੋਂ ਵੱਡਾ ਲੱਗਦਾ ਹੈਗਾ ਕਿ ਲੜਕੀਆਂ ਦੇ ਪਰਿਵਾਰਾਂ ਦਾ, ਲੜਕੀ ਦੇ ਆਪਣੇ ਸਸੁਰਾਲ ਦੇ ਵਿੱਚ ਜਿਹੜਾ ਹੈ, ਉੱਥੇ ਲੜਕੀਆਂ ਦੇ ਪਰਿਵਾਰਾਂ ਦਾ ਇੰਟਰਫੀਅਰੈਂਸ ਜ਼ਿਆਦੀ ਆ, ਇੱਕ ਉਹ ਬਹੁਤ ਹੈ। ਤੇ ਮੈਨੂੰ ਇਹ ਲੱਗਦਾ ਕਿ ਜਿੱਦਾਂ ਟਾਈਮ ਦੇ ਨਾਲ ਅਸੀਂ ਬਾਕੀ ਆਧੁਨਿਕ ਹੋ ਗਏ, ਸਾਰਾ ਕੁਝ ਹੋ ਗਿਆ, ਜੋ ਇਸ ਵੇਲੇ ਲੜਕੇ ਪਰਿਵਾਰ ਦੇ ਨਾਲ ਹੋ ਰਿਹਾ, ਸਜ਼ਾ ਦਿਓ, ਬਰਾਬਰ ਹੈ, ਬਰਾਬਰਤਾ ਸਾਨੂੰ ਮਿਲੀ ਹੋਈ ਕਾਨੂੰਨ ਦਿੰਦਾ। ਜੇ ਤੁਸੀਂ ਲੜਕੇ ਪਰਿਵਾਰ ਨੂੰ ਸਜ਼ਾ ਦੇ ਰਹੇ ਹੋ, ਉਹਦੇ ਤੇ ਪੈਸਾ ਠੋਕ ਰਹੇ ਹੋ, ਤੇ ਉਹਨੇ ਜਿਹੜਾ ਖਰਚ ਕੀਤਾ, ਰਿਸੈਪਸ਼ਨ ਦਾ ਕੀਤਾ ਜਾਂ ਉਹਨੇ ਚੀਜ਼ਾਂ ਦਿੱਤੀਆਂ, ਉਹ ਵੀ ਲੀਕ ਮਾਰੋ। ਵਨ ਸਾਈਡਡ ਨਹੀਂ ਚੱਲੋ ਜੇ ਸਮਾਜ ਤੋਰਨਾ। ਤੇ ਮੈਮ ਜਿਵੇਂ ਤੁਹਾਡੀ ਹੁਣ ਇਹ ਕਿਤਾਬ ਆਓ ਆਪਣੀ ਪੀੜ੍ਹੀ ਹੇਠ ਸੋਟਾ ਫੇਰੀਏ, ਇਹ ਤਾਂ ਹੁਣ ਜਿਵੇਂ ਦੇਖੋ ਲੈ ਤੋਂ ਹੀ ਸਿਰਲੇਖ ਤੋਂ ਹੀ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਕੀ ਹੋਊਗਾ। ਇਹ ਤਾਂ ਬੜੀ ਪੁਰਾਣੀ ਅਖੌਤ ਹੈ, ਪਹਿਲਾਂ ਸਾਡੇ ਬਾਰੇ ਬਾਅਦ ਚ ਬੋਲੋ, ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲਾ। ਬਿਲਕੁਲ। ਤੇ ਇਹ ਇੱਕ ਗੱਲ ਹੋਰ ਵੀ, ਜਿਵੇਂ ਤੁਸੀਂ ਕਿਤਾਬਾਂ ਦੇ ਵਿੱਚ ਆਰਟੀਕਲ ਜਿਹੜੇ ਅਖਬਾਰਾਂ ਛਪੇ ਨੇ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਕਿਤਾਬੀ ਰੂਪ ਦਿੱਤਾ, ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਕੁਝ ਹੈ ਵੀ ਜਦੋਂ ਆਪਾਂ ਕਿਤਾਬ ਦਾ ਰੂਪ ਦਿੰਦੇ ਆ ਤਾਂ ਕੁਝ ਚੋਣਵੇਂ ਵਿਸ਼ੇ ਜੋ ਕਿਤਾਬ ਨਾਲ ਆਪਾਂ ਨੂੰ ਤਾਂ ਸੰਬੰਧਿਤ ਹੋਣ, ਹੈ ਨਾ, ਤਾਂ ਉਵੇਂ ਆਪਾਂ ਉਹਦੇ ਸੈੱਟ ਬਣਾਉਂਦੇ ਆ। ਇਹ ਦੋ ਕਿਤਾਬਾਂ ਲਗਭਗ ਤੁਹਾਡੀਆਂ ਇਕੱਠੀਆਂ ਆਈਆਂ, ਤੇ ਇਹਦੇ ਵਿੱਚ ਫਿਰ ਤੁਸੀਂ ਇਹਨੂੰ ਕਿੱਦਾਂ ਜਿਹੜਾ ਮੈਨੇਜ ਕੀਤਾ ਹੋਇਆ ਆ? ਇਹਦੇ ਵਿੱਚ ਵੀ ਹੈ ਤੇ ਉਹੀ ਸੋਸ਼ਲ ਸਮੱਸਿਆਵਾਂ ਹੀ ਹੈਗੀਆਂ ਨੇ ਜੀ, ਪਰ ਇਹਦੇ ਵਿੱਚ ਮੈਂ ਜ਼ਿਆਦਾ ਉਹੀ ਦਿੱਤਾ ਕਿ ਅਸੀਂ ਸਰਕਾਰਾਂ ਨੂੰ ਹਮੇਸ਼ਾ ਬਲੇਮ ਕਰਦੇ ਆ। ਅਸੀਂ ਕਿੱਥੇ ਖੜੇ ਹੁੰਨੇ, ਅਸੀਂ ਆਵਾਜ਼ ਕਦੋਂ ਚੁੱਕਾਂਗੇ? ਅਸੀਂ ਤੇ ਆਵਾਜ਼ ਚੁੱਕਦੇ ਨਹੀਂ ਜੀ, ਅਸੀਂ ਬੋਲਦੇ ਨਹੀਂ, ਅਸੀਂ ਕਿਸੇ ਨੂੰ ਕੁਐਸਚਨਿੰਗ ਨਹੀਂ ਕਰਦੇ, ਅਸੀਂ ਕਿਸੇ ਨੂੰ ਪੁੱਛਦੇ ਨਹੀਂ। ਠੀਕ ਹੈ ਨਾ? ਜੇ ਅਸੀਂ ਪੁੱਛਾਂਗੇ ਨਹੀਂ, ਅਸੀਂ ਕੁਐਸਚਨਿੰਗ ਨਹੀਂ ਕਰਾਂਗੇ, ਤੇ ਫਿਰ ਜਿੱਥੇ ਅਸੀਂ ਖੜੇ ਆ, ਫਿਰ ਅਸੀਂ ਆਪ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰੀਏ ਵੀ ਅਸੀਂ ਕਿੱਥੇ ਗਲਤ ਆ, ਵੀ ਅਸੀਂ ਚੁੱਪਚਾਪ ਜੇ ਸਾਰੀਆਂ ਚੀਜ਼ਾਂ ਬਰਦਾਸ਼ਤ ਕਰਦੇ ਆ ਤੇ ਦੂਜਾ ਕਿਉਂ ਸੁਧਰੂਗਾ? ਜੀ, ਦੂਜਾ ਤੇ ਤਾਂ ਹੀ ਤੁਹਾਨੂੰ ਫੈਸਿਲਿਟੀ ਦੇਗਾ ਜਦ ਉਦੋਂ ਹੀ ਤੁਹਾਡਾ ਕੋਈ ਗੱਲ ਸੁਣੇਗਾ ਜਦੋਂ ਤੁਸੀਂ ਰੌਲੀ ਪਾਓਗੇ। ਤੁਸੀਂ ਰੌਲੀ ਪਾਓ, ਤੁਹਾਡੇ 10 ਕੰਮ ਨਹੀਂ ਹੋਣਗੇ, 10 ਚੋਂ ਇੱਕ ਤੇ ਕੋਈ ਸੁਣੇਗਾ ਨਾ ਗੱਲ। ਤੇ ਜੇ ਅਸੀਂ ਸਾਰੇ ਚੁੱਪ ਆ ਤਾਂ ਫਿਰ ਠੀਕ ਹੈ। ਫਿਰ ਗੱਲ ਇਹ ਵੀ ਹੈ ਨਾ ਵੀ ਇਕੱਲੇ ਦਾ ਰੌਲਾ ਪਾਉਣ ਦਾ ਵੀ ਕਈ ਵਾਰ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ। ਤੁਹਾਨੂੰ ਆਪਣੇ ਨਾਲ ਨਾ ਰੌਲਾ ਪਾਉਣੇ ਵਾਲੇ ਜੇ ਤੁਹਾਡੇ 10 ਕੰਮ ਨੇ ਨਾ, ਜੇ ਤੁਸੀਂ ਇਕੱਲਾ ਰੌਲਾ ਪਾਉਂਦੇ ਹੋ ਫਿਰ ਸ਼ਾਇਦ 10 ਚੋਂ 2 ਹੋ ਜਾਣ, ਪਰ ਜਦ ਤੁਸੀਂ ਬਾਕੀ ਰੌਲਾ ਪਾਉਣ ਵਾਲੇ ਹੋਰ ਵੀ ਜੋੜ ਲੈਂਦੇ ਹੋ ਫਿਰ ਮੈਨੂੰ ਲੱਗਦਾ 10 ਦੇ 10 ਹੋਣਗੇ। ਬਿਲਕੁਲ। ਮੈਂ ਤਾਂ ਆਵਾਜ਼ ਤੁਸੀਂ ਵੀ ਚੁੱਕਣੀ ਆ, ਸ਼ੁਰੂ ਤੇ ਕਰੋ, ਤੁਸੀਂ ਸ਼ੁਰੂ ਕਰੋ, ਪਰ ਨਾਲ ਦੀ ਨਾਲ ਹੋਰਾਂ ਨੂੰ ਵੀ ਮਤਲਬ ਆਪਣਾ ਇੰਸਪਾਇਰ ਕਰੋ ਵੀ ਤੁਸੀਂ ਵੀ ਬੋਲੋ। ਮੈਂ ਤੁਹਾਨੂੰ ਦੱਸਦੇ, ਮੇਰਾ ਬੜਾ ਨਿੱਜੀ ਜਿਹਾ ਹੈ ਉਹ, ਸਾਡਾ ਇੱਦਾਂ ਹੀ ਬਿਲਡਰ ਦੇ ਨਾਲ ਰੌਲੀ ਸੀਗੀ, ਜਿੱਥੋਂ ਮੈਂ ਉਹਨਾਂ ਨੂੰ ਵੀ ਕਹਿੰਦੀ ਹੁੰਦੀ ਕਿ ਥੈਂਕ ਯੂ ਤੁਹਾਡਾ, ਤੁਸੀਂ ਮੈਨੂੰ ਰਾਈਟਰ ਬਣਾ ਦਿੱਤਾ, ਬਹੁਤ ਅੱਛੀ, ਮੈਂ ਬਹੁਤ ਉਹਦੇ ਉੱਤੇ ਲਿਖਿਆ। ਮੈਂ ਇਕੱਲੀ ਖੜੀ ਹੋਈ ਸੀ, ਫਿਰ ਅਸੀਂ 4 ਜਣੇ ਇਕੱਠੇ ਹੋਏ, ਸਾਰੀ ਸੁਸਾਇਟੀ ਸਾਡੀ ਜਿਹੜੀ ਸੀ ਉਹ ਪੈਸੇ ਖਰਚ ਕਰਨ ਤੋਂ ਸਾਂਝੇ ਪਿਓ ਨੂੰ ਕੋਈ ਨਹੀਂ ਰੋਂਦਾ ਹੁੰਦਾ, ਤੇ ਉਹ ਹਟ ਗਿਆ। ਅਸੀਂ 4 ਜਣਿਆਂ ਨੇ ਕੇਸ ਲੜਿਆ, ਸਾਡਾ ਵਕੀਲ ਜਿਹੜਾ ਸੀ ਉਹ ਵੀ ਸਾਡੇ ਨਾਲ ਤਿੱਤਰ ਬਿੱਤਰ ਕਰ ਗਿਆ। ਮੁੜ ਕੇ ਮੈਂ ਸਾਰਾ ਮੀਡੀਆ ਦੇ ਵਿੱਚ ਹੀ ਕੀਤਾ ਜੀ। ਅਖੀਰ ਦੇ ਵਿੱਚ ਮੈਂ 5 ਸਾਲ, ਮੈਂ ਇਹ ਨਹੀਂ ਕਹਿੰਦੀ ਕਿ ਮੈਂ 1 ਸਾਲ ਦੇ ਵਿੱਚ ਜਾਂ 2 ਸਾਲਾਂ ਦੇ ਵਿੱਚ ਉਹ ਮੈਂ ਚੀਜ਼ਾਂ ਅਚੀਵ ਕੀਤੀਆਂ, ਮੈਂ 5 ਇਅਰਸ ਆਫ ਜਿਹੜੀ ਫਾਈਟ ਕੀਤੀ, ਔਰ ਉਹ ਅਜੇ ਵੀ ਉਹ ਜਾਰੀ ਹੈ, 14 ਤੋਂ ਉਹ ਸ਼ੁਰੂ ਹੋਈ ਆ। ਅੱਛਾ।
ਔਰ ਉਹ ਮੰਨਦੇ ਨੇ, ਕਹਿੰਦੇ ਮੈਡਮ ਅਸੀਂ ਇੰਨਾ ਤੰਗ ਕਰਦੇ ਆ ਦਫ਼ਤਰਾਂ ਵਾਲੇ, ਜਿਹੜਾ ਬਹੁਤ ਕਹਿੰਦਾ ਕਿ ਮੈਂ ਫਾਈਟ ਕਰ ਲਈ, ਉਹ 1 ਸਾਲ ਚੱਲਦਾ ਜੀ, ਫਿਰ ਉਹ ਘਰ ਬੈਠ ਜਾਂਦਾ। ਤੁਸੀਂ 5 ਸਾਲ ਲੜੇ ਆ, ਔਰ ਮੈਨੂੰ ਮਤਲਬ ਬੜਾ ਅੱਛਾ ਲੱਗਦਾ ਕਿ ਮੈਂ ਜੇ ਉਹ ਲੜੀ ਵੀ ਆ, ਪਰ ਮੈਂ ਬੜੇ ਅੱਛੇ ਬੱਚੇ ਉੱਥੋਂ ਆਪਣੇ ਨਾਲ ਜੋੜ ਲਿਆ, ਜਿਹੜੇ ਮੇਰੀ ਬਹੁਤ ਰਿਸਪੈਕਟ ਕਰਦੇ, ਮੈਨੂੰ ਬੜਾ ਪਿਆਰ ਕਰਦੇ, ਮੈਨੂੰ ਮੇਰਾ ਖਿਆਲ ਬੇਟੇ ਬਣ ਗਏ ਮੇਰੇ। ਜੀ, ਮੈਂ ਉਹ ਵੀ ਅਚੀਵ ਕੀਤੀ ਚੀਜ਼ ਇੱਕ, ਕਿ ਜੇ ਮੈਂ ਲੜੀ ਆ ਤੇ ਮੈਂ ਕੁਝ ਉੱਥੋਂ ਗੇਨ ਵੀ ਕਰਕੇ ਆਈ ਆ, ਮੈਨੂੰ ਉਹ ਚੀਜ਼ ਵੀ ਮਿਲੀ ਆ। ਪਰ ਕੰਮ ਵੀ ਹੋਏ ਨੇ, ਮੈਂ ਨਿਰੰਤਰ ਲਿਖਦੀ ਵੀ ਰਹੀ। ਉਹ ਲਿਖਣਾ ਤੇ ਮੇਰਾ ਇਕੱਲੀ ਦਾ ਹੀ ਕੰਮ ਸੀ, ਪਰ ਉਸ ਤੋਂ ਬਾਅਦ ਫਿਰ ਉਹ ਕਲੋਨੀ ਜਿਹੜੀ ਸੀ ਉਹ ਵੀ ਮੇਰੇ ਨਾਲ ਸਾਰੇ ਖੜੇ ਹੋ ਗਏ, ਡਿਪਾਰਟਮੈਂਟ ਵੀ ਮੇਰੇ ਨਾਲ ਖੜਾ ਹੋ ਗਿਆ। ਸ਼ੁਰੂ ਮੈਂ ਇਕੱਲੀ ਨੇ ਕੀਤਾ ਚਲੋ ਸਹੀ ਤੁਸੀਂ ਹੁੰਦੇ ਹੋ ਨਾ, ਫਿਰ ਤੁਸੀਂ ਹੌਸਲੇ ਨਾਲ ਕੰਮ ਕਰ ਸਕਦੇ। ਬਿਲਕੁਲ। ਤੇ ਜਿਵੇਂ ਇਹ ਤਾਂ ਤੁਹਾਡੇ ਆਰਟੀਕਲ ਵਾਲੀਆਂ ਕਿਤਾਬਾਂ ਰਹੀਆਂ, ਇਹ ਤੋਂ ਬਿਨਾਂ ਕਦੇ ਫਿਰ ਜਿਵੇਂ ਕਹਿ ਦਈਏ ਕਹਾਣੀ ਲਿਖਣ ਦੇ ਵਿੱਚ ਹੋਰ ਪਾਸੇ ਨੂੰ ਕਦੇ ਹੱਥ ਜਮਾਇਆ? ਕਿਉਂਕਿ ਲਿਖਣਾ ਤਾਂ ਚਲੋ ਆ ਗਿਆ ਵੀ ਹੁੰਦਾ ਵੀ ਚੱਲ ਥੋੜਾ ਜਿਹਾ ਇਮੇਜਿਨੇਸ਼ਨ ਕਰਕੇ। ਮੈਨੂੰ ਨਹੀਂ ਲੱਗਦਾ ਕਿ ਮੈਂ ਕਹਾਣੀ ਲਿਖ ਪਾਉਂਗੀ, ਕਿਉਂਕਿ ਕਈਆਂ ਨੇ ਮੈਨੂੰ 1-2 ਸਬਜੈਕਟ ਜਿਹੜੇ ਨੇ ਉਹਨਾਂ ਦੇ ਉੱਤੇ ਕਿਹਾ ਕਿ ਤੁਸੀਂ ਕਹਾਣੀ ਲਿਖੋ। ਹਾਂ, ਪੋਇਟਰੀ ਦੇ ਵਿੱਚ ਮੈਂ ਕਈ ਵਾਰੀ ਲਿਖਿਆ, ਪਰ ਮੈਂ ਉਹਦੇ ਤੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਕੌਨਫੀਡੈਂਟ ਵੀ ਨਹੀਂ ਫੀਲ ਕਰਦੀ ਹੈਗੀ। ਤੀਸਰਾ ਹੈਗਾ ਕਿ ਰਿਲੀਜੀਅਸ ਦੇ ਉੱਤੇ ਮੈਨੂੰ ਬੜੇ ਜਿਹੜੇ ਹੈਗੇ ਨੇ ਕਿ ਨਹੀਂ ਤੁਹਾਨੂੰ ਲਿਖਣਾ ਚਾਹੀਦਾ। ਉਹਦੇ ਤੇ ਮੈਂ ਇੱਕ ਬਹੁਤ ਮੈਂ ਉਹਨਾਂ ਨੂੰ ਵੀ ਇਹੋ ਹੀ ਕਲੀਅਰ ਕਹਿੰਦੀ ਹੁੰਦੀ ਆ ਕਿ ਅਸੀਂ ਫੌਜੀ ਆ, ਸਾਡਾ ਧਰਮ ਮਾਨਵਤਾ ਦਾ ਆ, ਸਾਡੇ ਵਾਸਤੇ ਕੋਈ ਧਰਮ ਹੈ ਨਹੀਂਗਾ। ਮੈਂ ਜੋ ਲਿਖਦੀ ਆ ਮੈਂ ਉਹ ਲਿਖ ਰਹੀ ਆ, ਕਿਉਂਕਿ ਮੈਂ ਉਹ ਬਹੁਤ ਸੈਂਸਿਟਿਵ ਵੀ ਹੈ, ਔਰ ਮੈਂ ਧਰਮ ਦੇ ਵਿੱਚ ਕਦੀ ਵੀ ਨਹੀਂ ਲਿਖੂੰਗੀ। ਮੈਂ ਉਸ ਸਬਜੈਕਟ ਨੂੰ ਸ਼ੋ ਨਹੀਂ ਸਕਦੀ ਕਿਉਂਕਿ ਮੈਨੂੰ ਨੌਲੇਜ ਨਹੀਂ ਹੈ। ਲਿਖਿਆ ਹੈ, ਮੈਨੂੰ ਲੱਗਦਾ ਉਹੀ ਕਾਮਯਾਬ ਹੁੰਦਾ ਬਿਲਕੁਲ, ਜੋ ਤੁਹਾਡੇ ਸੁਆਦ ਦੇ ਅਨੁਕੂਲ ਹੋਵੇ ਤੇ ਤੁਹਾਡੇ ਦਿਲ ਦੇ ਨੇੜੇ ਹੋਵੇ। ਤੇ ਮੈਂ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਮਾਂ ਦੇਣ ਦੇ ਲਈ ਤੇ ਸਾਰੇ ਵਿਸ਼ਿਆਂ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਅੱਜ ਦੇ ਸਾਹਿਤ ਦੇ ਸੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਪ੍ਰਭਜੋਤ ਕੌਰ ਢਿੱਲੋਂ ਜੀ ਉਹਨਾਂ ਦੇ ਨਾਲ, ਜਿਨ੍ਹਾਂ ਨੇ ਆਪਣੀ ਕਿਤਾਬਾਂ ਦੇ ਵਿੱਚ ਜੋ ਕੁਝ ਲਿਖਿਆ ਉਸ ਦੀ ਸਾਂਝ ਸਾਡੇ ਨਾਲ ਪਾਈ। ਵਕਤ ਬਦਲਦੇ ਵਕਤ ਦੇ ਨਾਲ ਕਿੰਨੀਆਂ ਸਮੱਸਿਆਵਾਂ ਵੀ ਆਉਂਦੀਆਂ ਨੇ, ਪਰ ਇਨਸਾਨ ਨੂੰ ਚਾਹੀਦਾ ਕਿ ਉਹ ਇਹਨਾਂ ਸਮੱਸਿਆਵਾਂ ਦੇ ਅੱਗੇ ਗੋਡੇ ਨਾ ਟੇਕੇ, ਸਗੋਂ ਕਿ ਆਵਾਜ਼ ਬੁਲੰਦ ਕਰੇ ਤੇ ਇਹਨਾਂ ਨਾਲ ਨਜਿੱਠਣਾ ਕਿੱਦਾਂ ਇਹ ਤੈਅ ਕਰੇ। ਕਿਉਂਕਿ ਫਿਰ ਚਾਹੇ ਤੁਸੀਂ ਇਕੱਲੇ ਆਵਾਜ਼ ਉਠਾਉਂਦੇ ਹੋ, ਪਰ ਤੁਹਾਡੀ ਆਵਾਜ਼ ਦੇ ਨਾਲ ਹੋਰ ਕਿੰਨੀਆਂ ਕੁ ਆਵਾਜ਼ਾਂ ਨੇ ਜਿਹੜੀਆਂ ਉਹ ਜਾਗਦੀਆਂ ਨੇ, ਇਹ ਸ਼ਾਇਦ ਤੁਹਾਨੂੰ ਹੌਲੀ ਹੌਲੀ ਪਤਾ ਲੱਗਦਾ। ਸੋ ਬਦਲਦੇ ਸਮੇਂ ਦੇ ਨਾਲ ਤੁਸੀਂ ਵੀ ਬਦਲਣਾ, ਪਰ ਇਸ ਦੇ ਵਿੱਚ ਇੰਨਾ ਕੁ ਜ਼ਰੂਰ ਰੱਖਿਓ ਕਿ ਸੰਘਰਸ਼ ਲਗਾਤਾਰ ਜਾਰੀ ਰਹੇ। ਸੋ ਉਮੀਦ ਕਰਦੇ ਹਾਂ ਗੱਲਬਾਤ ਦਰਸ਼ਕਾਂ ਨੇ ਆਨੰਦ ਮਾਣਿਆ ਹੋਵੇਗਾ। ਸੋ ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਕਲਮਕਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।